ਕਿੰਚਲੀਏ ਪ੍ਰਦੇਸ਼ ਪੁਰਾ में ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਸੈਂਡ ਐਂਡ ਸੀ ਦੀ ਹੰਬਲ ਇਮੀਗ੍ਰੇਸ਼ਨ ਜੋ ਕਿ ਬਠਿੰਡਾ ਵਿਖੇ ਸਥਿਤ ਹੈ। ਸੈਂਡ ਐਂਡ ਸੀ ਆਪਣੇ ਇਲਾਕੇ ਵਿੱਚ ਇੱਕ ਬ੍ਰਾਂਡ ਹੈ। ਇੱਥੇ ਬੱਚਿਆਂ ਨੂੰ ਆਇਲਟਸ, ਪੀਟੀ, ਟੋਇਫਲ, ਇੰਗਲਿਸ਼ ਸਪੋਕਨ ਦੀ ਕੋਚਿੰਗ ਦਿੱਤੀ ਜਾਂਦੀ ਹੈ ਅਤੇ ਬਾਹਰ ਜਾਣ ਵਾਲੇ ਵਿਦਿਆਰਥੀਆਂ ਲਈ ਹੰਬਲ ਇਮੀਗ੍ਰੇਸ਼ਨ ਵੱਲੋਂ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਵਰਕ ਵੀਜ਼ਾ, ਪੀਆਰ ਤੱਕ ਦੀ ਸੁਵਿਧਾ ਮੌਜੂਦ ਹੈ। ਇੱਥੋਂ ਦਾ ਸਟਾਫ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹੈ। ਜੇਕਰ ਤੁਸੀਂ ਵੀ ਆਪਣੇ ਬਾਹਰ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਦੀ ਹੰਬਲ ਇਮੀਗ੍ਰੇਸ਼ਨ ਨਾਲ ਜ਼ਰੂਰ ਸੰਪਰਕ ਕਰੋ। ਸਾਡੀ ਟੀਮ ਨੇ ਇੱਥੋਂ ਦੇ ਐਮਡੀ ਸਰ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਦੀ ਹੰਬਲ ਇਮੀਗ੍ਰੇਸ਼ਨ ਬਾਰੇ ਸਾਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਝਲਕੀਆਂ ਤੇ। ਸਰ ਯੂ ਆਰ ਆਈਲੈਟ ਟ੍ਰੇਨਰ ਓਵਰ ਸੈਂਡ ਐਂਡ ਸੀ ਮਤਲਬ ਸੇ ਜਿਸ ਤਰੀਕੇ ਦਾ ਸਿਨੈਰੀਓ ਹੈ ਜਿੱਦਾਂ ਬੱਚੇ ਜਿਹੜੇ ਹੈਗੇ ਅੱਜ ਕੱਲ੍ਹ ਦੇ ਭਾਲਦੇ ਨੇ ਕਿ ਸਾਨੂੰ ਬਹੁਤ ਵਧੀਆ ਐਟਮੋਸਫੀਅਰ ਦੇ ਵਿੱਚ ਔਰ ਵਧੀਆ ਤਰੀਕੇ ਦੇ ਨਾਲ ਸਾਨੂੰ ਇੱਕ ਈਜ਼ੀ ਵੇ ਹੋਵੇ ਆਈਲੈਟਸ ਦੇ ਲਈ, ਉਹ ਤੁਸੀਂ ਇੱਥੇ ਇਖਤਿਆਰ ਕੀਤਾ। ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ ਬੱਚਿਆਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਹੁੰਦੀ ਹੈ ਵੀ ਉਹਨਾਂ ਨੂੰ ਜਿੱਥੋਂ ਸਮਝਣਾ ਚਾਹੁੰਦੇ ਨੇ ਉਹ ਨਾ ਤਾਂ ਉਸ ਤਰ੍ਹਾਂ ਉਹ ਸਮਝਣ। ਤਾਂ ਅਸੀਂ ਸਭ ਤੋਂ ਪਹਿਲਾਂ ਸਾਡਾ ਸਟੈਪ ਇਹੀ ਹੁੰਦਾ ਵੀ ਪਹਿਲਾਂ ਉਹਨਾਂ ਦੀ ਨੌਲੇਜ ਚੈੱਕ ਕਰੀਏ, ਉਹਨਾਂ ਨੂੰ ਪਲੇਟਫਾਰਮ ਚੈੱਕ ਕਰੀਏ ਉਹ ਕਿਸ ਲੈਵਲ 'ਤੇ ਆ। ਇਸ ਤਰ੍ਹਾਂ ਨਹੀਂ ਹੈ ਵੀ ਉਹਨਾਂ ਦਾ ਲੈਵਲ ਕੁਛ ਹੋਰ ਹੈ ਨਾ, ਉਹ ਕਿਸੇ ਜਿਵੇਂ ਫੋਰ ਐਗਜ਼ਾਮਪਲ ਆਪਾਂ ਲੈ ਲਈਏ ਸੀ ਪੰਜਾਬ ਬੋਰਡ ਤੋਂ ਪੜ੍ਹ ਕੇ ਆਏ ਆ ਤਾਂ ਆਪਾਂ ਆਪਣਾ ਹੀ ਲੈਵਲ ਆਪਾਂ ਆਪਦੇ ਬੇਸ 'ਤੇ ਉਹਨਾਂ ਦਾ ਥੋਪੀਏ ਹੈ ਨਾ, ਵੀ ਕਈ ਵੀ ਸਾਡੇ ਅਕੋਰਡਿੰਗ ਪੜ੍ਹੋ। ਅਸੀਂ ਪਹਿਲਾਂ ਉਹਨਾਂ ਦਾ ਲੈਵਲ ਚੈੱਕ ਕਰਦੇ ਹਾਂ ਵੀ ਉਹ ਕਿਸ ਲੈਵਲ 'ਤੇ ਆ, ਉਹਨਾਂ ਦੀ ਇੰਗਲਿਸ਼ ਦਾ ਲੈਵਲ ਕੀ ਆ। ਫਿਰ ਅਸੀਂ ਉਸ ਅਕੋਰਡਿੰਗ ਹਰ ਇੱਕ ਬੱਚੇ ਦੀ ਡਿਫਰੈਂਟ ਐਟੀਟਿਊਡ ਨਾਲ ਉਹਨਾਂ ਦਾ ਜਿਹੜਾ ਇੰਟਰਵਿਊਜ਼ ਲੈ ਕੇ ਉਹਨਾਂ ਦਾ ਲੈਵਲ ਚੈੱਕ ਕਰਕੇ ਫਿਰ ਆਪਾਂ ਉਸ ਬੱਚੇ ਨੂੰ ਉਸ ਲੈਵਲ ਤੋਂ ਸਟਾਰਟ ਕਰਦੇ ਹਾਂ। ਆਪਾਂ ਵੀ ਇਨਵਾਇਰਮੈਂਟ ਦਿੰਦੇ ਹਾਂ ਵੀ ਇਸ ਤਰ੍ਹਾਂ ਨਹੀਂ ਹੈਗਾ ਵੀ ਸਾਰੇ 10 ਬੱਚੇ ਆ ਤਾਂ 10 ਬੱਚਿਆਂ ਦੇ ਕੋਈ CBSE ਤੋਂ ਆਇਆ, ਕੋਈ ਪੰਜਾਬ ਬੋਰਡ ਤੋਂ ਆਇਆ, ਕਿਸੇ ਨੇ +2 ਵੀ ਨਹੀਂ ਕੀਤੀ, ਸਿਰਫ 10th ਪੜ੍ਹ ਕੇ ਹੀ ਆਇਆ ਨਾ, ਆਪਣੇ ਕੋਲ ਸਿਰਫ ਇੰਗਲਿਸ਼ ਸਪੀਕਿੰਗ ਸਿੱਖਣਾ ਚਾਹੁੰਦਾ। ਤਾਂ ਆਪਾਂ ਹਰ ਇੱਕ ਬੱਚੇ ਦਾ ਡਿਫਰੈਂਟ ਲੈਵਲ ਚੈੱਕ ਕਰਕੇ ਡਿਫਰੈਂਟ ਵੇ ਨਾਲ ਉਹਨੂੰ ਆਪਾਂ ਟੈਕਲ ਕਰਦੇ ਹਾਂ ਉਹਨਾਂ ਨੂੰ। ਐਂਡ ਸਰ ਜਿੱਦਾਂ ਇੰਗਲਿਸ਼ ਸਪੀਕਿੰਗ ਦੀ ਆਪਾਂ ਗੱਲ ਕਰ ਲਈਏ, ਤੁਸੀਂ ਉਹਨਾਂ ਨੂੰ WhatsApp ਗਰੁੱਪ ਬਣਾ ਕੇ ਉਹਨਾਂ ਨੂੰ ਕਹਿੰਦੇ ਹੋ ਕਿ ਘਰੇ ਤੁਸੀਂ ਆਪਣਾ ਸ਼ੀਸ਼ੇ ਦੇ ਮੂਹਰੇ ਖੜ੍ਹ ਕੇ ਜਿਹੜਾ ਹੈਗਾ ਆਪਸ ਦੇ ਵਿੱਚ ਗੱਲਾਂ ਕਰਨੀਆਂ ਹੈਗੀਆਂ, ਬੜੇ ਟਿਪਸ ਦਿੰਦੇ ਹੋ ਤੁਸੀਂ ਜਿਹਦੇ ਨਾਲ ਇੰਗਲਿਸ਼ ਸਪੀਕਿੰਗ ਦੀ ਉਹਨਾਂ ਦੀ ਇਨਹਾਂਸ ਹੁੰਦੀ ਆ। ਜਿੱਦਾਂ ਕਹਿੰਦੇ ਹੋ ਟ੍ਰਿਬਿਊਨ ਅਖਬਾਰ ਪੜ੍ਹਨੇ ਹੈਗੇ ਆ ਜਾਂ ਇੰਗਲਿਸ਼ ਦਾ ਕੋਈ ਪੇਪਰ ਮਿਲ ਜਾਵੇ, ਕਮੈਂਟਰੀਆਂ ਸੁਣਨੀਆਂ। ਹਾਂਜੀ, ਦੇਖੋ ਅੱਜ ਕੱਲ੍ਹ ਬਹੁਤ ਜ਼ਿਆਦਾ ਮੈਥਡ ਨੇ ਵੀ ਆਪਾਂ ਦੇਖੋ ਇੰਗਲਿਸ਼ ਤਾਂ ਕਈ ਵਾਰੀ ਬੱਚੇ ਨੂੰ ਆਉਂਦੀ ਹੁੰਦੀ ਆ, ਬਟ ਪ੍ਰੋਬਲਮ ਕੀ ਹੁੰਦੀ ਹੈ ਵੀ ਉਹ 'ਚ ਕੌਨਫੀਡੈਂਸ ਨਹੀਂ ਹੁੰਦਾ ਬੋਲਣ ਦਾ। ਸਪੀਕਿੰਗ ਦੇ ਵਿੱਚ ਮੇਨਲੀ ਪ੍ਰੋਬਲਮ ਇਹ ਆਉਂਦੀ ਆ ਵੀ ਬੱਚੇ ਨੂੰ ਪਤਾ ਵੀ ਮੈਂ ਆਪਦੇ ਆਪ ਨੂੰ ਕਿੱਦਾਂ ਦਰਸਾਉਣਾ ਹੈ ਨਾ, ਕਿੱਦਾਂ ਆਪਾਂ ਇੰਟਰੋਡਿਊਸ ਕਰਨਾ, ਬਟ ਉਹ ਬੱਚਾ ਝਿਜਕਦਾ। ਸਭ ਤੋਂ ਇੰਗਲਿਸ਼ ਸਿਖਾਉਣ ਤੋਂ ਪਹਿਲਾਂ ਅਸੀਂ ਉਹਦੇ ਵਿੱਚ ਸੈਲਫ ਕੌਨਫੀਡੈਂਸ ਰੇਜ਼ ਕਰਦੇ ਹਾਂ ਵੀ ਕੌਨਫੀਡੈਂਸ ਆਵੇ ਬੱਚੇ ਦੇ ਵਿੱਚ ਵੀ ਉਹ ਅਸੀਂ ਕੋਈ ਵੀ ਚੀਜ਼ ਕਿਸੇ ਵੀ ਲੈਂਗੁਏਜ ਦੇ ਵਿੱਚ, ਚਾਹੇ ਪੰਜਾਬੀ ਲੈਂਗੁਏਜ ਆ ਚਾਹੇ ਇੰਗਲਿਸ਼ ਲੈਂਗੁਏਜ ਆ, ਵੀ ਉਹ 10 ਬੰਦਿਆਂ ਦੇ ਵਿੱਚ ਖੜ੍ਹਾ ਹੋ ਕੇ ਇੱਕ ਸਪੀਚ ਦੇ ਸਕੇ। ਤਾਂ ਅਸੀਂ ਉਹੀ ਸੈਲਫ ਕੌਨਫੀਡੈਂਸ ਰੇਜ਼ ਕਰਦੇ ਹਾਂ ਸ਼ੀਸ਼ੇ ਮੂਹਰੇ ਖੜ੍ਹਾ ਕੇ ਉਹਨਾਂ ਬੱਚੇ ਨੂੰ ਟਿਪਸ ਦੇ ਕੇ ਵੀ ਕਿਵੇਂ ਆਪਾਂ ਉਹ ਆਪਦੀ ਸੈਲਫ ਕੌਨਫੀਡੈਂਸ ਰੇਜ਼ ਕਰ ਸਕਦੇ। ਸੈਂਡ ਐਂਡ ਸੀ ਜਿਹੜੀ ਕੇਵਲ ਆਈਲੈਟਸ 'ਤੇ ਇੰਪਸਾਈਜ਼ ਨਹੀਂ ਕਰਦੀ ਬਲਕਿ ਪਰਸਨੈਲਿਟੀ ਡਿਵੈਲਪਮੈਂਟ, ਬੋਡੀ ਲੈਂਗੁਏਜ, ਮਾਈਂਡ ਸੈਟਅਪ। ਜਿੱਦਾਂ ਤੁਸੀਂ ਬੱਚੇ ਆਉਂਦੇ ਆ ਪਹਿਲਾਂ ਜਦੋਂ ਘਬਰਾਏ ਜੇ ਉੱਪਰ ਪ੍ਰੈਮਿਸਿਸ 'ਚ ਆਉਂਦੇ ਆ ਤੁਹਾਡੇ, ਤੁਸੀਂ ਉਹਨਾਂ ਨੂੰ ਇੱਕ ਬਹੁਤ ਵਧੀਆ ਇੱਕ ਐਟਮੋਸਫੀਅਰ ਦੇ ਕੇ ਉਹਨਾਂ ਦੇ ਨਾਲ ਅਟੈਚ ਹੋ ਕੇ ਉਹਨਾਂ ਦੇ ਮਾਈਂਡ ਸੈਟਅਪ ਨੂੰ, ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਨੂੰ, ਉਹਨਾਂ ਦਾ ਹਰ ਚੀਜ਼ ਨੂੰ ਮਤਲਬ ਜਿਹੜੇ ਇੱਥੇ ਚੇਂਜ ਕਰ ਦਿਓ। ਕੀ ਕਹਿਣਾ ਚਾਹੋਗੇ? ਸਰ ਇੱਕ ਬਹੁਤ ਵਧੀਆ ਇੰਸਟੀਟਿਊਟ ਹੈ। ਇਹਦੇ ਵਿੱਚ ਅਸੀਂ ਐਵੇਂ ਬੱਚੇ ਆਉਂਦੇ ਆ ਓਬਵੀਅਸ ਹੈ ਪੰਜਾਬ ਬੋਰਡ ਤੋਂ ਆਉਂਦੇ ਆ ਤਾਂ ਉਹਨਾਂ ਨੂੰ ਅਸੀਂ ਗਾਈਡ ਕਰਦੇ ਹਾਂ ਕਿ ਤੁਸੀਂ ਇੱਦਾਂ ਆਪਦੇ ਆਪ ਨੂੰ ਚੇਂਜ ਕਰ ਸਕਦੇ ਹੋ, ਕਿ ਇੱਦਾਂ ਤੁਹਾਡੀ ਡਰੈਸਿੰਗ ਸੈਂਸ ਹੋਣੀ ਚਾਹੀਦੀ ਹੈ, ਇੱਦਾਂ ਦਾ ਤੁਹਾਡਾ ਵੇ ਆਫ ਟਾਕਿੰਗ ਹੋਣਾ ਚਾਹੀਦਾ। ਅਤੇ ਇਹ ਉਹਨਾਂ ਨੂੰ ਨੋਰਮਲ ਇੰਸਟੀਟਿਊਟਸ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਉੱਥੇ ਬਹੁਤ ਹਾਈ ਲੈਵਲ ਦੇ ਸਟੂਡੈਂਟਸ ਵੀ ਆਉਂਦੇ ਆ ਤਾਂ ਉੱਥੇ ਸਾਰੇ ਬੱਚਿਆਂ ਨੂੰ ਇੱਕੋ ਲੈਵਲ ਦੇ ਅਕੋਰਡਿੰਗ ਟੀਚ ਕੀਤਾ ਜਾਂਦਾ। ਇੱਥੇ ਅਸੀਂ ਬੱਚਿਆਂ ਦੇ ਕੈਲੀਬਰ ਦੇ ਅਕੋਰਡਿੰਗ ਟੀਚ ਕਰਦੇ ਹਾਂ। ਮੈਨੂੰ ਸਭ ਤੋਂ ਵੱਡੀ ਗੱਲ ਹੈ ਕਿ ਇਸ ਇੰਸਟੀਟਿਊਸ਼ਨ ਦੇ ਵਿੱਚ ਮੌਕ ਟੈਸਟ ਜਿਹੜਾ ਤੁਸੀਂ ਐਕਸੀਡੈਂਟਲ ਮਤਲਬ ਸਰਪ੍ਰਾਈਜ਼ ਹੀ ਲੈਂਦੇ ਹੋ। ਕੀ ਕਹਿਣਾ ਚਾਹੋਗੇ ਕਿ ਤੁਸੀਂ ਹਮੇਸ਼ਾ ਬੱਚਿਆਂ ਨੂੰ ਐਵਰੇਡੀ ਚਾਹੁੰਦੇ ਹੋ ਕਿ ਜਿਹੜੇ ਤੁਹਾਡੇ ਬੱਚੇ ਹੈਗੇ ਆ ਉਹ ਐਵਰੇਡੀ ਰਹਿਣ ਔਰ ਉਹਨਾਂ ਦਾ ਹਮੇਸ਼ਾ ਮਾਈਂਡ ਸੈਟਅਪ ਜਿਹੜਾ ਇੱਦਾਂ ਦਾ ਬਣਿਆ ਰਹੇ ਕਿ ਅਸੀਂ ਕਦੋਂ ਮਰਜ਼ੀ ਸਾਡਾ ਆਈਲੈਟਸ ਦਾ ਪੇਪਰ ਹੋ ਸਕਦਾ, ਕਦੋਂ ਮਰਜ਼ੀ ਸਾਨੂੰ ਕੋਈ ਇੰਟਰਵਿਊ ਹੋ ਸਕਦੀ ਹੈ, ਅਸੀਂ ਐਵਰੇਡੀ ਸੈੱਲ ਬਣ ਕੇ ਕੰਮ ਕਰੀਏ। ਹਾਂਜੀ ਸਰ, ਇਹ ਇੱਦਾਂ ਹੁੰਦਾ ਕਿ ਆਇਲਸ ਦਾ ਕੋਈ ਵੀ ਸਿਲੇਬਸ ਨਹੀਂ ਹੁੰਦਾ ਤਾਂ ਉਹਨਾਂ ਨੂੰ ਕੋਈ ਵੀ ਕੁਐਸਚਨ ਕਿੱਦਾਂ ਦਾ ਵੀ ਆ ਸਕਦਾ ਅਤੇ ਆਇਲਸ ਹੁੰਦੀ ਹੈ ਲਾਈਕ ਸੋਸ਼ਲ ਲਾਈਫ। ਤਾਂ ਇਹ ਇੱਦਾਂ ਸਰਪ੍ਰਾਈਜ਼ ਟੈਸਟ ਇਸ ਲਈ ਪਲਾਨ ਕੀਤੇ ਜਾਂਦੇ ਕਿ ਉਹਨਾਂ ਨੂੰ ਔਨ ਦਾ ਸਪੌਟ ਕਿੱਦਾਂ ਰਿਐਕਟ ਕਰਨਾ ਇਹ ਚੀਜ਼ ਆਉਣੀ ਚਾਹੀਦੀ ਹੈ। ਔਰ ਜਿਸ ਤਰੀਕੇ ਨਾਲ ਤੁਸੀਂ ਸਟੱਡੀ ਮੈਥਡ ਜਿਹੜਾ ਤੁਹਾਡਾ ਉਹ ਨਾਲ ਤਾਂ ਪਲੇਵੇ ਮੈਥਡ ਦੇ ਨਾਲ ਉਹਨਾਂ ਨੂੰ ਮਾਈਂਡ ਸੈਟਅਪ ਜਿਹੜਾ ਉਹਨਾਂ ਦਾ, ਕਿਉਂਕਿ ਅੱਜ ਕੱਲ੍ਹ ਜਿਹੜੇ ਬੱਚੇ ਹੈਗੇ ਉਹ ਬੋਰਿੰਗ ਫੀਲ ਕਰਦੇ ਆ ਸਟੱਡੀ ਤੋਂ, ਲੇਕਿਨ ਤੁਸੀਂ ਸਟੱਡੀ ਦਾ ਜਿਹੜਾ ਟ੍ਰਿਕ ਹੈਗੇ ਤੁਹਾਡੀ ਉਹ ਉਸ ਤਰੀਕੇ ਦੀ ਆ ਕਿ ਉਹਨਾਂ ਨੂੰ ਉਹ ਮਜ਼ੇਦਾਰ ਦੀਆਂ ਚੀਜ਼ਾਂ ਵਿੱਚ ਆ ਜਾਣ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਇੰਗਲਿਸ਼ ਵੀ ਇਨਹਾਂਸ ਹੋ ਜਾਵੇ ਔਰ ਉਹਨਾਂ ਨੂੰ ਮਜ਼ਾ ਜਿਹਾ ਵੀ ਆਉਂਦਾ ਰਹੇ।
ਹਾਂਜੀ ਸਰ, ਅਸੀਂ ਉਹਨਾਂ ਨੂੰ ਟੀਚ ਹੀ ਇਸ ਵੇ ਨਾਲ ਕਰਦੇ ਹਾਂ ਕਿ ਉਹਨਾਂ ਨੂੰ ਇੰਟਰਸਟਿੰਗ ਲੱਗੇ। ਅਸੀਂ ਸਾਰੀਆਂ ਲੈਂਗੁਏਜ ਯੂਜ਼ ਕਰਦੇ ਹਾਂ, ਲਾਈਕ ਉਹਨਾਂ ਨੂੰ ਪੰਜਾਬੀ 'ਚ ਵੀ ਟੀਚ ਕਰਦੇ ਹਾਂ, ਉਹਨਾਂ ਨੂੰ ਇੰਗਲਿਸ਼ 'ਚ ਵੀ ਟੀਚ ਕਰਦੇ ਹਾਂ। ਕਈ ਬੱਚੇ ਹੁੰਦੇ ਆ ਜੇ ਉਹਨਾਂ ਨੂੰ ਅਸੀਂ ਨੋਰਮਲ ਇੰਗਲਿਸ਼ 'ਚ ਟੀਚ ਕਰ ਰਹੇ ਹਾਂ ਤਾਂ ਉਹਨਾਂ ਨੂੰ ਬੋਰਿੰਗ ਲੱਗਦੀ ਹੈ ਕਲਾਸ। ਉਹਨਾਂ ਨੂੰ ਹੁੰਦਾ ਕਦੋਂ ਕਲਾਸ ਓਵਰ ਹੋਊਗੀ ਅਤੇ ਕਦੋਂ ਅਸੀਂ ਇਹ ਸਭ ਤੋਂ ਫਿਨਿਸ਼ ਕਰਕੇ ਵਾਪਸ ਬਾਹਰ ਜਾਵਾਂਗੇ। ਤਾਂ ਅਸੀਂ ਉਹਨਾਂ ਨੂੰ ਪੰਜਾਬੀ 'ਚ ਵੀ ਟੀਚ ਕਰਦੇ ਹਾਂ, ਥੋੜ੍ਹੇ ਬਹੁਤ ਜੋਕਸ ਵੀ ਸੁਣਾਉਂਦੇ ਵੀ ਹਾਂਜੀ ਬੱਚੇ ਐਂਟਰਟੇਨ ਕਰਨ, ਹਾਲਾਂਕਿ ਉਹਨਾਂ ਨੂੰ ਸਭ ਕੁਝ ਇੰਟਰਸਟਿੰਗ ਲੱਗੇ। ਔਰ SEND&C ਜਿਨ੍ਹਾਂ ਦਾ ਇੱਕ ਮਾਈਂਡ ਸੈਟਅਪ ਵੀ ਇਦਾਂ ਦਾ ਕਿ ਅਸੀਂ ਇੱਥੇ ਵਿੱਦਿਆ ਦਾ ਦਾਨ ਦੇਣਾ। ਔਰ ਜਿੱਦਾਂ ਸਰ ਪਹਿਲਾਂ ਆ ਕੇ ਕਾਉਂਸਲ ਕਰਦੇ ਆ ਵੀ ਨਹੀਂ ਭਾਈ, ਆਪਣੇ ਬੱਚੇ ਆ ਇਹ, ਬੜੇ ਔਖੀ ਪੜ੍ਹਾਈ ਹੈ ਇਹਨਾਂ ਦੀ, ਬੜਾ ਔਖਾ ਇਹਨਾਂ ਦੇ ਮਾਂ-ਬਾਪ ਦਾ ਪੈਸਾ ਹੈਗਾ, ਆਪਾਂ ਇਹਨਾਂ ਨੂੰ ਵੈਲਿਊ ਬੇਸਡ ਕੰਮ ਕਰਨਾ ਹੈਗਾ। ਔਰ ਉਹ ਹਮੇਸ਼ਾ ਤੁਹਾਨੂੰ ਕਾਉਂਸਲ ਕਰਦੇ ਆ ਔਰ ਤੁਸੀਂ ਉਹੀ ਮਾਈਂਡ ਸੈਟਅਪ ਲੈ ਕੇ ਬੱਚਿਆਂ ਦੇ ਨਾਲ ਅਟੈਚ ਕਰਦੇ ਹੋ। ਹਾਂਜੀ ਸਰ, ਅਸੀਂ ਜਿਵੇਂ ਸਾਡੇ MD ਸਰ ਨੇ ਬਹੁਤ ਨਾਈਸ ਨੇ, ਉਹ ਸਾਨੂੰ ਇਹ ਗਾਈਡ ਕਰਦੇ ਕਿ ਹਮੇਸ਼ਾ ਬੱਚਿਆਂ ਨੂੰ ਬੱਚਿਆਂ ਦੇ ਅਕੋਰਡਿੰਗ ਹੀ ਟੀਚ ਕਰਨਾ ਹੈ। ਇਹ ਨਹੀਂ ਕਿ ਤੁਸੀਂ ਆਪਦੇ ਮਾਈਂਡਸੈਟ ਨਾਲ ਟੀਚ ਕਰਨਾ ਹੈ। ਤਾਂ ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ ਕਿ ਹਾਂਜੀ ਬੱਚਿਆਂ ਦੇ ਅਕੋਰਡਿੰਗ ਹੀ ਟੀਚ ਕਰਨਾ ਚਾਹੀਦਾ। ਮੈਡਮ ਤੁਹਾਡਾ ਰੋਲ ਬਹੁਤ ਵੱਡਾ ਹੈ ਕਿਉਂਕਿ ਕਾਉਂਸਲਰ ਇੱਕ ਐਸਾ ਜੋਬ ਹੈ ਜਦੋਂ ਕਿ ਬੱਚੇ ਆਉਂਦੇ ਆ ਘਬਰਾਈ ਉਹਨਾਂ ਦੇ ਚਿਹਰੇ ਹੁੰਦੇ ਆ, ਉਹਨਾਂ ਨੂੰ ਤੁਸੀਂ ਕਾਉਂਸਲ ਕਰਦੇ ਹੋ, ਇਹ ਜ਼ੋਨ 'ਚ ਲੈ ਕੇ ਜਾਂਦੇ ਹੋ, ਉਹਨਾਂ ਨੂੰ ਦੱਸਦੇ ਹੋ ਕਿ ਸਾਡੇ ਬੱਚਿਆਂ ਦੇ ਇੰਨੇ ਬੈਂਡ ਆਏ ਨੇ। ਉਹ ਵੀ ਪਹਿਲਾਂ ਜਦੋਂ ਆਏ ਸੀਗੇ ਉਹਨਾਂ ਦਾ ਵੀ ਮਾਈਂਡ ਸੈਟਅਪ ਇੱਦਾਂ ਦਾ ਸੀ। ਕੀ ਕਹਿਣਾ ਚਾਹੋਗੇ ਕਿ ਜਦੋਂ ਤੁਸੀਂ ਉਹਨਾਂ ਨੂੰ ਕਾਉਂਸਲ ਕਰਦੇ ਹੋ ਤਾਂ ਬੱਚਿਆਂ ਦਾ ਇੱਕ ਰੰਗ ਰੂਪ ਜਿਹਾ ਹੀ ਬਦਲਣਾ ਸ਼ੁਰੂ ਹੋ ਜਾਂਦਾ, ਉਹਨਾਂ ਨੂੰ ਖੁਸ਼ੀ ਜਿਹੀ ਹੋਣੀ ਸ਼ੁਰੂ ਹੋ ਜਾਂਦੀ? ਐਕਚੁਅਲੀ ਸਰ ਇਹ ਡਿਪੈਂਡ ਕਰਦਾ ਹੁੰਦਾ ਮੇਨ ਕਾਉਂਸਲਰ 'ਤੇ। ਜੋ ਵੀ ਅਸੀਂ ਉਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਹਾਂ, ਅਸੀਂ ਉਸ ਰਿਗਾਰਡਿੰਗ ਉਹਨਾਂ ਦੇ ਪੈਰੈਂਟਸ ਨੂੰ ਅਤੇ ਉਹਨਾਂ ਨੂੰ ਕਨਵਿੰਸ ਕਰਦੇ ਹਾਂ, ਉਹਨਾਂ ਨੂੰ ਸਮਝਾਉਂਦੇ ਹਾਂ ਕਿ ਹਾਂਜੀ ਜੇ ਤੁਸੀਂ ਆਲਸ ਕਰਦੇ ਹੋ ਉਹਦੇ ਕੀ ਬੈਨੀਫਿਟਸ ਨੇ। ਜ਼ਰੂਰੀ ਨਹੀਂ ਹੈਗਾ ਕਿ ਇਹ ਫੋਰਨ ਜਾਣ ਲਈ ਹੈ, ਤੁਸੀਂ ਇੱਥੇ ਵੀ ਆਪਣੀਆਂ ਓਪਰਚੁਨਿਟੀਜ਼ ਤੁਹਾਨੂੰ ਮਿਲਣਗੀਆਂ, ਲਾਈਕ ਜੋਬ ਪ੍ਰਾਈਵੇਟ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਸੈਲਰੀ ਪੈਕੇਜ ਹੁੰਦਾ ਹੈਗਾ। ਐਂਡ ਦਾ ਸੈਕਿੰਡ ਥਿੰਗ ਕਿ ਉਹ ਜਿਵੇਂ ਉਹਨਾਂ ਨੂੰ ਕੋਈ ਗਵਰਨਮੈਂਟ ਐਗਜ਼ਾਮ ਦੇਣਾ ਹੁੰਦਾ ਤਾਂ ਉਹਦੇ ਲਈ ਵੀ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ। ਅਤੇ ਜਦੋਂ ਉਹਨਾਂ ਨੂੰ ਅਸੀਂ ਇਹਦੇ ਬੈਨੀਫਿਟਸ ਦੱਸਦੇ ਹਾਂ ਤਾਂ ਨੋਰਮਲ ਜੀ ਗੱਲ ਹੈ, ਤਾਂ ਫਿਰ ਉਹਨਾਂ ਦੇ ਜਿਹੜੇ ਐਕਸਪ੍ਰੈਸ਼ਨ ਹੁੰਦੇ ਆ ਫੇਸ 'ਤੇ ਉਹ ਚੇਂਜ ਹੋ ਜਾਂਦੇ ਆ। ਔਰ ਮੈਡਮ ਜਦੋਂ ਬੈਂਡ ਆ ਜਾਂਦੇ ਆ, ਬੈਂਡ ਸਕੋਰ ਬੰਦਾ ਲੈ ਜਾਂਦਾ, ਵੀਜ਼ਾ ਦੇ ਲਈ ਆਉਂਦਾ, ਫਿਰ ਤੁਸੀਂ ਉਹਨੂੰ ਇੱਦਾਂ ਪ੍ਰਿਪੇਅਰ ਕਰਦੇ ਹੋ ਕਿ ਇੰਟਰਵਿਊ ਲਈ ਕਿੱਦਾਂ ਤੁਸੀਂ ਬੈਠਣਾ ਹੈਗਾ, ਕਿੱਦਾਂ ਤੁਹਾਡੀ ਬਾਡੀ ਲੈਂਗੁਏਜ ਚਾਹੀਦੀ ਆ, ਕਿੱਦਾਂ ਤੁਸੀਂ ਇੱਕਦਮ ਕੌਨਫੀਡੈਂਟਲੀ ਜਿਹੜਾ ਹੈਗਾ ਆਨਸਰ ਦੇਣੇ? ਹਾਂਜੀ, ਉਹਨਾਂ ਨੂੰ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਦੇ ਹਾਂ। ਜਿਹੜੇ ਸਾਡੇ ਟ੍ਰੇਨਰਸ ਨੇ ਉਹਨਾਂ ਨੂੰ ਦੱਸਦੇ ਨੇ ਕਿ ਹਾਂਜੀ ਤੁਹਾਡਾ ਐਕਸੈਂਟ ਕਿੱਦਾਂ ਹੋਣਾ ਚਾਹੀਦਾ। ਤੁਸੀਂ ਟੀਚਰ ਜਦੋਂ ਐਗਜ਼ਾਮੀਨਰ ਤੁਹਾਡਾ ਐਗਜ਼ਾਮ ਲੈਂਦਾ, ਕਿਉਂਕਿ ਹੁਣ ਤਾਂ IDP ਰਹਿ ਗਿਆ, ਪਹਿਲਾਂ BC ਵੀ ਸੀਗਾ, ਤਾਂ ਫਿਰ ਉਹਨਾਂ ਨੂੰ ਸਾਰਾ ਕੁਝ ਇੱਥੋਂ ਹੀ ਅਸੀਂ ਪ੍ਰਿਪੇਅਰ ਕਰਕੇ ਦਿੰਦੇ। ਜਿਹੜੇ ਸਾਡੇ ਟੀਚਰਸ ਨੇ ਉਹਨਾਂ ਦਾ 4 to 5 years ਦਾ ਐਕਸਪੀਰੀਅੰਸ ਆ, ਤਾਂ ਉਹਨਾਂ ਨੂੰ ਕੁਝ ਵੀ ਨਰਵਸ ਨਹੀਂ ਫੀਲ ਹੁੰਦਾ। ਔਰ ਇੱਕੋ ਛੱਤ ਦੇ ਥੱਲੇ ਇੱਥੇ ਜਦੋਂ ਬੰਦਾ ਆ ਜਾਂਦਾ, ਪਹਿਲਾਂ ਆਈਲੈਟਸ ਕਰਦਾ, ਆਈਲੈਟਸ ਤੋਂ ਬਾਅਦ 'ਚ ਉਹ ਵੀਜ਼ਾ ਵਾਲੇ ਪਾਸੇ ਜਾਂਦਾ, ਮਤਲਬ ਇੱਕੋ ਛੱਤ ਦੇ ਥੱਲੇ ਹੀ ਜਿਹੜਾ ਹੈਗਾ ਹਰ ਚੀਜ਼ ਉਹਨੂੰ ਪ੍ਰੋਵਾਈਡ ਹੁੰਦੀ ਹੈ? ਹਾਂਜੀ, ਆਫ ਕੋਰਸ ਸਭ ਕੁਝ ਅਸੀਂ ਇੱਥੇ ਹੀ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ। ਲਾਈਕ ਕੋਈ ਵੀ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ, ਅਸੀਂ ਉਹਨਾਂ ਨਾਲ ਬਹੁਤ ਹੀ ਫੈਮੀਲੀਅਰ ਜਿਹੜਾ ਬਿਹੇਵੀਅਰ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਕਿ ਉਹਨਾਂ ਨੂੰ ਅਨਕੰਫਰਟੇਬਲ ਨਾ ਫੀਲ ਹੋਵੇ। ਐਂਡ ਦਾ ਸੈਕਿੰਡ ਥਿੰਗ ਜਿਹੜਾ ਤੁਸੀਂ ਫਾਈਲਿੰਗ ਡਿਪਾਰਟਮੈਂਟ ਦੇ ਵਿੱਚ ਕਿਹਾ, ਉਹ ਸਾਡਾ ਨਾਲ ਹੀ ਹੈ ਫਾਈਲਿੰਗ ਦਾ ਵੀ, ਤਾਂ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਇੰਟਰਵਿਊ ਦੇ ਲਈ ਕਿੱਦਾਂ ਪ੍ਰਿਪੇਅਰ ਹੋਣਾ, ਜਾਂ ਤੁਹਾਨੂੰ ਜਿਹੜਾ ਮਟੀਰੀਅਲ ਵੀ ਸਾਰਾ ਅਸੀਂ ਆਪਣਾ ਹੀ ਪ੍ਰੋਵਾਈਡ ਕਰਦੇ ਹਾਂ। ਕੋਈ ਸਾਡਾ ਇਹ ਨਹੀਂ ਹੈਗਾ ਕਿ ਅਸੀਂ ਇੰਟਰਨੈਟ ਤੋਂ ਡਾਊਨਲੋਡ ਕਰਕੇ ਉਹਨਾਂ ਨੂੰ ਪ੍ਰੋਵਾਈਡ ਕਰਦੇ, ਸਾਡੇ ਟੀਚਰਸ ਦੇ ਆਪਦੇ ਹੈਂਡਮੇਡ ਨੋਟਸ ਨੇ। ਮੈਡਮ ਫਾਈਲਿੰਗ ਦੇ ਵਿੱਚ ਇਹ ਜਿਹੜੀ ਇੰਸਟੀਟਿਊਸ਼ਨ ਹੈਗੀ ਆ ਉਹਦਾ ਇੱਕ ਨੰਬਰ ਹੈਗਾ ਇਮੀਗ੍ਰੇਸ਼ਨ ਦਾ ਤੁਹਾਡੇ, ਕਿ ਫਾਈਲਿੰਗ ਬੜੀ ਤੁਸੀਂ ਸਿੰਟੈਕਲੀ ਹਾਇਰ ਹੋ ਔਰ ਹਮੇਸ਼ਾ ਇੰਟਰਵੀਨ ਕਰਦੇ ਆ, ਸਾਰਾ ਖੁਦ ਇੰਟਰਵਿਊ ਕਰਦੇ ਆ, ਤੁਸੀਂ ਵੀ 2-3 ਜਗ੍ਹਾ 'ਤੇ ਇੰਟਰਵਿਊ ਹੁੰਦੀ ਹੈ ਕਿ ਉਹਦੇ 'ਚ ਕੋਈ ਉਹੋ ਜਿਹੀ ਚੀਜ਼ ਰਵੇ ਨਾ। ਸਭ ਤੋਂ ਵੱਡੀ ਗੱਲ ਆ ਪਾਰਦਰਸ਼ਤਾ, ਜਿਹੜੀ ਇੱਥੇ ਬਿਲਕੁਲ ਕਲੀਅਰ ਆ। ਸਰ ਵੀ ਤੁਹਾਨੂੰ ਜਦੋਂ ਆਉਂਦੇ ਆ ਤੁਹਾਨੂੰ ਆਪ ਨੂੰ ਕਾਉਂਸਲ ਕਰਦੇ ਭਾਈ ਅਸੀਂ ਸੱਚੀ ਗੱਲ ਦੱਸਣੀ ਹੈਗੀ ਆ, ਜੇ ਕੋਈ ਬੰਦੇ ਦਾ ਉੱਦਾਂ ਦੇ ਆ ਵੀ ਅਸੀਂ ਕਦੇ 4 ਬੈਂਡ ਵਾਲਾ ਜਾਵੜੂ 5 ਬੈਂਡ ਵਾਲਾ ਜਾਵੜੂ, ਉਹ ਨਹੀਂ ਕੰਮ ਹੋਣਾ। ਹਾਂਜੀ, ਇਹ ਚੀਜ਼ ਉਹਨਾਂ ਨੂੰ ਡੈਫੀਨੇਟਲੀ ਕਲੀਅਰ ਕੀਤੀ ਜਾਂਦੀ ਹੈ ਕਿ ਹਾਂਜੀ ਜੇ ਲਾਈਕ ਥੋੜ੍ਹੇ 5.5 ਬੈਂਡ ਸਕੋਰ ਨੇ ਤਾਂ ਵੈਸੇ ਕਈ ਏਜੰਟਸ ਨੇ ਜਿਹੜੇ ਉਹਨਾਂ ਨੂੰ ਵੈਸੇ ਇੱਕ ਕਲੀਅਰ ਨਹੀਂ ਕਰਦੇ, ਉਹਨਾਂ ਨੂੰ ਕਹਿ ਦਿੰਦੇ ਨੇ ਕਿ ਹਾਂਜੀ ਤੁਹਾਡਾ ਵੀਜ਼ਾ ਤਾਂ ਲਾਈਕ ਵੱਟ 'ਤੇ ਪਿਆ ਜੀ, ਤੁਹਾਨੂੰ ਮਿਲ ਜਾਣਾ। ਉਹ ਇੱਕ ਜਸਟ ਗੱਲਾਂ ਨੇ, ਮੈਨੂੰ ਨਹੀਂ ਲੱਗਦਾ, ਆਈ ਡੋਂਟ ਥਿੰਕ ਸੋ ਕਿ ਉਹਨਾਂ ਨੂੰ ਵੀਜ਼ਾ ਇੱਦਾਂ ਮਿਲ ਜਾਂਦਾ। ਜੇ ਆਪਣੇ 6C 'ਚ ਰਿਕੁਆਇਰਮੈਂਟ ਹੁੰਦੀ ਹੈ ਫਿਰ ਹੀ ਆਪਾਂ ਵੀਜ਼ਾ ਲੈ ਸਕਦੇ ਹਾਂ, ਤਾਂ ਉਹ ਚੀਜ਼ ਕਲੀਅਰ ਕਰਦੇ ਹਾਂ। ਵੈਲਕਮ ਸਰ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਕਿੰਝ ਜਾਈਏ ਪ੍ਰਦੇਸ਼ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਔਰ ਮਿਲਾ ਰਹੇ ਹਾਂ ਇੱਥੋਂ ਦੇ MD ਨਾਲ। ਸਰ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਬਹੁਤ ਧੰਨਵਾਦ ਜੀ, ਤੁਸੀਂ ਇੱਥੇ ਆਏ ਹੋ, ਬਹੁਤ ਸ਼ੁਕਰੀਆ ਤੁਹਾਡਾ ਜੀ ਆਇਆਂ। ਪਰ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਆਈਲੈਟਸ ਦੀ ਟ੍ਰੇਨਿੰਗ ਦੇ ਲਈ ਬਹੁਤ ਹੀ ਐਕਸਪਰਟ ਟ੍ਰੇਨਰਸ ਜਿਨ੍ਹਾਂ ਨੇ ਬਹੁਤ ਵਧੀਆ ਬੈਂਡ ਸਕੋਰ ਅਚੀਵ ਕੀਤੇ ਆ, ਜਿਨ੍ਹਾਂ ਦਾ ਲੰਬਾ ਐਕਸਪੀਰੀਅੰਸ ਹੈਗਾ, ਉਹਨੂੰ ਉਹੋ ਜਿਹਾ ਸਟਾਫ ਲੈ ਕੇ ਤੁਸੀਂ ਮਾਰਕੀਟ 'ਚ ਉਤਰੇ ਹੋ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਜਦੋਂ ਤੁਸੀਂ ਕਿਸੇ ਬੱਚੇ ਨੂੰ ਪੜ੍ਹਾਉਣਾ ਹੈ ਤੇ ਉਹਦੇ ਲਈ ਟੀਚਰਸ ਤਾਂ ਪੂਰੇ ਐਕਸਪਰਟ ਹੀ ਚਾਹੀਦੇ। ਕਿਸੇ ਨੂੰ ਤੁਸੀਂ ਕਿਸੇ ਦਾ ਕਲੀਅਰ ਕਰਵਾਉਣਾ ਹੈ, ਉਹਨੇ ਗਾਂ ਅੱਗੇ ਦੇਸ਼ 'ਚ ਜਾ ਕੇ ਇੰਗਲਿਸ਼ ਬੋਲਣੀ ਹੈ, ਸਾਰਾ ਕੁਝ ਇੰਗਲਿਸ਼ 'ਚ ਹੀ ਹੋਣਾ। ਜ਼ਿਆਦਾਤਰ ਬੱਚੇ ਕੈਨੇਡਾ ਅਤੇ ਆਸਟ੍ਰੇਲੀਆ ਜਾਂਦੇ ਆ, ਉੱਥੋਂ ਦੀ ਜਿੰਨੀ ਕਮਿਊਨੀਕੇਸ਼ਨ ਆ ਸਾਰੀ ਇੰਗਲਿਸ਼ ਦੇ ਵਿੱਚ ਆ, ਜਿੰਨਾ ਪੇਪਰ ਵਰਕ ਹੈ ਸਾਰਾ ਕੁਝ ਜੋ ਵੀ ਉਹਨੇ ਡੀਲ ਕਰਨੀ, ਕਿਸੇ ਨਾਲ ਕੋਈ ਗੱਲਬਾਤ ਕਰਨੀ, ਸਾਰੀ ਇੰਗਲਿਸ਼ ਦੇ ਵਿੱਚ ਹੈ ਜੀ। ਅਤੇ ਉਹਦੇ ਲਈ ਆਟੋਮੈਟਿਕਲੀ ਆਪਾਂ ਨੂੰ ਟੀਚਰਸ ਟ੍ਰੇਨਿੰਗਸ ਤਾਂ ਇਹੋ ਜਿਹੇ ਚਾਹੀਦੇ ਜਿਹੜੇ ਕਿ ਪਰਫੈਕਟ ਹੋਣ ਆਪਦੇ ਇੰਗਲਿਸ਼ ਦੇ ਵਿੱਚ, ਜਿਨ੍ਹਾਂ ਦੀ ਲੈਂਗੁਏਜ ਪੂਰੀ ਵਧੀਆ ਹੋਵੇ, ਗ੍ਰਾਮਰ ਚੰਗੀ ਹੋਵੇ, ਅਤੇ ਜਿਹੜੇ ਉਹਨਾਂ ਨੂੰ
ਚੰਗੀ ਤਰ੍ਹਾਂ ਸਿਖਾ ਸਕਣ। ਜੇ ਉਹਨਾਂ ਦੀ ਆਪਦੀ ਹੀ ਲੈਂਗੁਏਜ ਫਲੂਐਂਟ ਨਹੀਂ ਹੋਊਗੀ ਇੰਗਲਿਸ਼ 'ਚ, ਆਪ ਹੀ ਉਹ ਅੜ ਕੇ ਬੋਲਣਗੇ ਤਾਂ ਕਿਸੇ ਨੂੰ ਕੀ ਸਿਖਾਉਣਗੇ। ਸਰ, ਜਿਸ ਤਰੀਕੇ ਦੇ ਨਾਲ ਤੁਸੀਂ ਇਸ ਸੈਂਟਰ ਦੇ ਵਿੱਚ ਬਿਲਕੁਲ 24 ਆਵਰ ਰਾਊਂਡ ਦੀ ਕਲੌਕ ਜਿਹੜੇ ਹੈਗੇ ਆ ਇੱਥੇ ਓਨਰ ਰਹਿੰਦੇ ਨੇ, ਇਹ ਨਹੀਂ ਵੀ ਕਿ ਓਨਰ ਕਿਤੇ ਅਲੱਗ ਹੈਗੇ ਆ ਔਰ ਮਿਲ ਨਹੀਂ ਸਕਦੇ, ਪੇਰੈਂਟਸ ਆਉਂਦੇ ਆ, ਤੁਸੀਂ CCTV ਕੈਮਰੇ ਜਿਹੜੇ ਹੈਗੇ ਆ ਉਹ ਲਗਾਏ ਹੋਏ ਨੇ। ਮਤਲਬ ਤੁਸੀਂ ਹਰ ਚੀਜ਼ ਦਾ ਧਿਆਨ ਰੱਖਦੇ ਹੋ ਕਿ ਲੋਕਾਂ ਨੇ ਆਪਣੇ ਜਵਾਨ ਬੱਚਿਆਂ ਨੂੰ ਇੱਥੇ ਭੇਜਣਾ ਔਰ ਉਹਨਾਂ ਨੂੰ ਪੜ੍ਹਾਈ ਐਂਡ ਕੇਵਲ ਪੜ੍ਹਾਈ, ਔਰ ਉਸ ਤੋਂ ਬਾਅਦ ਨੋ ਟਾਈਮਿੰਗ, ਚਾਹੇ ਸ਼ਾਮ ਦੇ 6 ਵੱਜ ਜਾਣ, ਚਾਹੇ 5:30 ਵੱਜ ਜਾਣ, 5 ਵੱਜ ਜਾਣ, ਕਿਤੇ ਟਾਈਮਿੰਗ ਦੀ ਕੋਈ ਗੱਲ ਨਹੀਂ ਹੈ। ਟੀਚਰਸ ਨੂੰ ਤੁਸੀਂ ਜਿਸ ਤਰੀਕੇ ਨਾਲ ਕੌਂਸਲ ਕੀਤਾ ਹੋਇਆ, ਭਾਈ ਆਪਾਂ ਬੱਚਿਆਂ ਨੂੰ ਵਿੱਦਿਆ ਦਾ ਦਾਨ ਦੇਣਾ, ਆਪਾਂ ਅੱਜ ਕਿਸਾਨੀ ਦੀ ਕਮਾਈ ਬੜੀ ਔਖੀ ਆ, ਉਹ ਚੀਜ਼ ਨੂੰ ਲੈ ਕੇ, ਕਿਉਂਕਿ ਤੁਸੀਂ ਖੁਦ ਕਿਸਾਨੀ ਨਾਲ ਜਿਹੜਾ ਹੈਗਾ ਡੀਲ ਕਰ ਰਹੇ ਹੋ, ਆਪ ਵੀ ਤੁਹਾਡਾ ਜ਼ਮੀਨ ਵਾਲੇ ਬੰਦੇ ਹੋ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਅਸੀਂ ਬੜੀ ਸਿੰਸੀਅਰ ਹਾਂ ਇਸ ਚੀਜ਼ ਨੂੰ ਲੈ ਕੇ, ਤੇ ਅਸੀਂ ਤਾਂ ਇੱਥੋਂ ਤੱਕ ਵੀ ਕਹਿਤਾ ਸੀਗਾ ਵੀ ਜੇ ਕੋਈ ਬੱਚਾ ਅਫੋਰਡ ਨਹੀਂ ਕਰ ਸਕਦਾ, ਜਿਹੜਾ ਕੋਈ ਛੋਟੇ ਜ਼ਿਮੀਂਦਾਰ ਦਾ ਬੱਚਾ, ਅਸੀਂ ਮੁਫਤ ਪੜ੍ਹਾਵਾਂਗੇ। ਤੇ ਇੱਕ ਜਿਹੜਾ ਕੋਈ ਇੰਟੈਲੀਜੈਂਟ ਬੱਚਾ ਹੈ ਜਿਹਦੇ ਕਿ 6+ ਬੈਂਡ ਆਉਂਦੇ ਆ ਈਚ, ਉਹਦਾ ਵੀ ਅਸੀਂ ਇੱਕ ਹੀ ਆਫਰ ਉਹਦੇ ਨਾਲ ਇਹੀ ਰੱਖਿਆ ਵੀ ਸਾਡੇ ਤੋਂ ਇਮੀਗ੍ਰੇਸ਼ਨ ਕਰਵਾਵੇ 2 ਮਹੀਨਿਆਂ 'ਚ, 3 ਮਹੀਨਿਆਂ 'ਚ, 4 ਮਹੀਨਿਆਂ 'ਚ, ਉਹ ਜਿੰਨੇ ਵੀ ਮਹੀਨਿਆਂ 'ਚ ਆਇਲਸ ਕਲੀਅਰ ਕਰੂਗਾ, ਜਿੰਨੇ ਵੀ ਉਹਦੇ ਪੈਸੇ ਲੱਗਣਗੇ ਅਸੀਂ ਸਾਰੇ ਰਿਫੰਡ ਕਰਾਂਗੇ। ਵੀਰ ਜੀ, ਬਹੁਤ ਜ਼ਿਆਦਾ ਤੁਹਾਡੇ ਕਾਲਜਾਂ ਦੇ ਨਾਲ ਟਾਈ ਹੈ, ਬਾਹਰ ਦਿਆਂ ਦੇ ਨਾਲ ਵੀ, ਔਰ ਇਹ ਵੀ ਕਾਰਨ ਹੈ ਕਿ ਇੰਟਰਵਿਊਜ਼ ਦੇ ਲਈ, ਬੱਚਿਆਂ ਦੇ ਮਾਈਂਡ ਸੈਟਅਪ ਦੇ ਲਈ, ਪਰਸਨੈਲਿਟੀ ਡਿਵੈਲਪਮੈਂਟ ਦੇ ਲਈ ਤੁਸੀਂ ਖਾਸ ਧਿਆਨ ਦਿੰਦੇ ਹੋ ਇੱਥੇ। ਹਾਂਜੀ, ਬਿਲਕੁਲ ਬਿਲਕੁਲ, ਉਹ ਦੇਣੇ ਪੈਂਦੇ ਜੀ। ਪਰਸਨੈਲਿਟੀ ਡਿਵੈਲਪਮੈਂਟ ਤਾਂ ਇੱਕ ਬਹੁਤ ਮੇਨ ਮੁੱਦਾ ਹੈ ਜੀ। ਜੇ ਤੁਹਾਡੇ ਵਿੱਚ ਕੌਨਫੀਡੈਂਸ ਹੈ ਨਹੀਂ, ਜੇ ਤੁਸੀਂ ਕਿਸੇ ਨੂੰ ਇੰਟਰਵਿਊ ਨਹੀਂ ਦੇ ਸਕਦੇ, ਅੱਜ ਆਪਾਂ ਇੰਟਰਵਿਊ ਤੁਸੀਂ ਮੇਰੀ ਕਰੀ ਜਾਂਦੇ ਹੋ, ਜੇ ਮੇਰੇ 'ਚ ਹੀ ਕੌਨਫੀਡੈਂਸ ਹੈ ਨਹੀਂ, ਮੈਂ ਤੁਹਾਡੇ ਨਾਲ ਕੌਨਫੀਡੈਂਸ ਨਾਲ ਗੱਲ ਹੀ ਨਹੀਂ ਕਰ ਸਕਦਾ, ਮੇਰਾ ਤੁਹਾਡੇ ਨਾਲ ਬੋਲਣ ਦਾ ਲਹਿਜ਼ਾ ਹੀ ਨਹੀਂ ਜੇ ਸਹੀ, ਤੇ ਫਿਰ ਮੈਂ ਕਿਸੇ ਨੂੰ ਕੀ ਦੱਸ ਦੂੰਗਾ। ਇਸ ਕਰਕੇ ਪਰਸਨੈਲਿਟੀ ਡਿਵੈਲਪਮੈਂਟ ਵੈਸੇ ਤਾਂ ਚੰਗੇ ਸਕੂਲਾਂ 'ਚ ਪੜ੍ਹਨ ਨਾਲ ਹੀ ਆਉਂਦੀ ਹੈ, ਚੰਗੇ ਵਿਦਿਆਲਿਆਂ 'ਚ ਪੜ੍ਹ ਕੇ, ਚੰਗੇ ਕਾਲਜਸ, ਚੰਗੇ ਯੂਨੀਵਰਸਿਟੀਜ਼, ਜਦੋਂ ਤੁਸੀਂ ਬਾਹਰ ਜਾਂਦੇ ਹੋ, ਪੜ੍ਹਦੇ ਲਿਖਦੇ ਹੋ, ਤੁਹਾਡਾ ਐਕਸਪੋਜਰ ਹੁੰਦਾ, ਬਾਹਰ ਲੋਕਾਂ 'ਚ ਉੱਠਦੇ ਬੈਠਦੇ ਹੋ, ਉਹਦੇ ਨਾਲ ਤੁਹਾਡੀ ਪਰਸਨੈਲਿਟੀ ਬਣਦੀ ਹੈ, ਤੁਹਾਨੂੰ ਪਤਾ ਵੀ ਕਿਸ ਨਾਲ ਕਿਵੇਂ ਗੱਲ ਕਰਨੀ ਹੈ। ਪਰ ਅੱਜ ਕੱਲ੍ਹ ਜਦੋਂ ਬੱਚੇ ਬਹੁਤ ਗਰਾਊਂਡਡ ਹੁੰਦੇ ਆ ਜਾਂ ਕਿਸੇ ਛੋਟੇ ਘਰ 'ਚੋਂ ਆਉਂਦੇ, ਗਰੀਬ ਘਰ 'ਚੋਂ ਆਉਂਦੇ ਆ, ਉਹੋ ਜਿਹੇ ਉਹ ਸਕੂਲਾਂ ਦੇ ਵਿੱਚ ਨਹੀਂ ਪੜ੍ਹੇ, ਉਹਨਾਂ ਨੂੰ ਨਹੀਂ ਉਹੋ ਜਿਹੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ, ਉਹੋ ਜਿਹੀਆਂ ਚੀਜ਼ਾਂ ਦਾ ਅਸੀਂ ਖਾਸ ਧਿਆਨ ਰੱਖਦੇ ਹਾਂ ਜੀ। ਕਿਉਂਕਿ ਕਿਸੇ ਵੀ ਬੰਦੇ ਦੇ ਫਸਟ ਇੰਪ੍ਰੈਸ਼ਨ ਜਿਹੜਾ ਹੈਗਾ, ਉਹ ਤੁਹਾਡੀ ਗੱਲ ਕਰਨ ਦੇ ਤਰੀਕੇ ਨਾਲ, ਉੱਠਣ ਬੈਠਣ ਨਾਲ, ਤੁਹਾਡੀ ਕਿਹੋ ਜਿਹੀ ਪਰਸਨੈਲਿਟੀ ਹੈ ਉਹਦੇ ਨਾਲ ਪੈਣਾ ਜੀ। ਸਰ, ਆਪਾਂ PTE ਦੀ ਗੱਲ ਕਰ ਲਈਏ, ਤੁਸੀਂ ਆਈਲੈਟਸ ਦੇ ਨਾਲ ਨਾਲ PTE ਦੇ ਵਿੱਚ ਵੀ ਕਾਫੀ ਇੱਥੇ ਮਹਾਰਤ ਹਾਸਲ ਹੈ, ਬਹੁਤ ਜ਼ਿਆਦਾ PCs ਤੁਹਾਡੇ ਕੋਲ ਨੇ, ਟ੍ਰੇਨਡ ਤੁਹਾਡੇ ਕੋਲ ਸਟਾਫ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, PTE ਵੀ ਬਹੁਤ ਬੱਚੇ ਕਰ ਰਹੇ ਆ, ਤੇ ਪਰ ਇਹਦੇ 'ਚ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਨਾ, ਕਈ ਵਾਰੀ ਕੀ ਹੁੰਦਾ, ਬੱਚੇ ਨੇ ਜਾਣਾ ਕੈਨੇਡਾ ਹੁੰਦਾ, ਪਰ ਉਹ PTE ਕਰਨ ਲੱਗ ਜਾਂਦਾ। ਕੈਨੇਡਾ ਦੇ ਵਿੱਚ ਅੱਜ ਕੱਲ੍ਹ ਵਿੱਚ ਦੀ ਲੱਗਣ ਵੀ ਲੱਗ ਗਏ ਸੀਗੇ, PTE ਵਾਲੇ ਬੱਚੇ ਜਾ ਰਹੇ ਸੀ ਕੈਨੇਡਾ, ਪਰ PTE ਥੋੜ੍ਹਾ ਜਿਹਾ ਸੌਖਾ ਹੋਣ ਦੇ ਕਾਰਨ ਬੱਚੇ ਨੂੰ ਇਹ ਹੁੰਦਾ ਵੀ ਬਸ PTE ਕਰ ਲਈਏ ਆਪਾਂ। ਜੇ ਤਾਂ ਜਾਣਾ ਆਸਟ੍ਰੇਲੀਆ ਤਾਂ ਜੀ ਆਇਆਂ ਨੂੰ, ਬਿਲਕੁਲ PTE ਕਰੋ, ਕਰਕੇ ਜਾਓ ਬਾਹਰ। ਪਰ ਜੇ ਤੁਹਾਡਾ ਮੂਡ ਕੈਨੇਡਾ ਦਾ ਹੈ, ਤੁਸੀਂ ਕੈਨੇਡਾ ਜਾਣਾ, ਤੁਹਾਡਾ ਕੋਈ ਕਈ ਵਾਰੀ ਮੂਡ ਤਾਂ ਬੰਦੇ ਦਾ ਐਂ ਬਣ ਜਾਂਦਾ ਵੀ ਬਾਹਰ ਰਿਸ਼ਤੇਦਾਰ ਹੈ ਸਾਡਾ ਕੋਈ, ਉਵੇਂ ਹੈ ਨਾ, ਬੰਦੇ ਨੇ ਪਹਿਲਾਂ ਹੀ ਸੋਚਿਆ ਹੁੰਦਾ ਵੀ ਮੈਂ ਕੈਨੇਡਾ ਹੀ ਜਾਣਾ, ਉਹ PTE ਦੇ ਚੱਕਰ 'ਚ ਨਾ ਪਵੇ, ਕਿਉਂਕਿ ਉਹਦੇ ਜਿਹੜੇ ਚਾਂਸਸ ਹੈਗੇ 30 ਤੋਂ 40% ਹੀ ਹੈ ਜੀ। ਸੋ ਬੱਚਾ +2 ਤੋਂ ਬਾਅਦ ਆਵੇ, ਆਇਲਸ ਕਰੇ, ਉਹਦਾ ਫਲੋ ਆਲਰੇਡੀ ਬਣਿਆ ਹੁੰਦਾ, ਪੜ੍ਹੀ ਜਾਂਦਾ ਹੁੰਦਾ, ਉਹਨੂੰ ਪਤਾ ਹੁੰਦਾ, ਇੰਗਲਿਸ਼ ਬੋਲ ਰਿਹਾ ਹੁੰਦਾ, ਸਕੂਲ ਦੇ ਵਿੱਚ ਪੜ੍ਹ ਰਿਹਾ ਹੁੰਦਾ, ਉਹਦੀ ਪੜ੍ਹਾਈ ਨਾਲ ਉਹਦਾ ਫਲੋ ਟੁੱਟਿਆ ਨਹੀਂ ਹੁੰਦਾ, ਅਤੇ ਨਾਲ ਦੀ ਨਾਲ ਹੀ ਜੇ ਉਹ ਆਇਲਸ ਕਰ ਲਈ ਤਾਂ ਉਹ ਬੈਟਰ ਹੈ, ਉਹਦੇ ਬੈਂਡ ਛੇਤੀ ਤੇ ਜ਼ਿਆਦਾ ਵਧੀਆ ਆ ਜਾਣਗੇ। ਸਰ, ਜਿਸ ਤਰੀਕੇ ਦੇ ਨਾਲ ਇਸ ਇੰਸਟੀਟਿਊਸ਼ਨ ਦੇ ਵਿੱਚ ਬੱਚਿਆਂ ਨੂੰ ਐਕਸਟਰਾ ਕਲਾਸਿਸ, ਬੱਚਿਆਂ ਦਾ ਮਾਈਂਡ ਸੈਟ ਦੀ ਡਿਵੈਲਪਮੈਂਟ, ਜਿਸ ਤਰੀਕੇ ਦੇ ਨਾਲ ਸਰਪ੍ਰਾਈਜ਼ ਮੌਕ ਟੈਸਟ, ਹਰ ਚੀਜ਼ ਨੂੰ ਤੁਸੀਂ ਖੁਦ ਜਿਹੜਾ ਹੈਗਾ ਹੈਂਡਲ ਕਰਦੇ ਹੋ, ਟੀਚਰਸ ਨੂੰ ਖੁਦ ਗਾਈਡ ਕਰਦੇ ਹੋ। ਇਹੀ ਕਾਰਨ ਹੈ ਕਿ ਟੀਚਰਸ ਵੀ ਜਿਹੜੇ ਹੈਗੇ ਆ ਉਹ ਪੂਰੀ ਤਰ੍ਹਾਂ ਫਲੋ 'ਚ ਰਹਿੰਦੇ ਨੇ, ਉਹਨਾਂ ਦਾ ਮਾਈਂਡ ਸੈਟਅਪ ਜਿਹੜਾ ਹਮੇਸ਼ਾ ਖੁੱਲ੍ਹਾ ਰਹਿੰਦਾ। ਹੁਣ 3 ਵਜੇ 3:30 ਵਜੇ ਦਾ ਟਾਈਮ ਹੈਗਾ, ਉਹਦੇ ਬਾਵਜੂਦ ਵੀ ਤੁਹਾਡੇ ਟੀਚਰਾਂ ਦੀ એનર્ਜੀ ਦੇ ਲੈਵਲ ਪੂਰੇ ਜ਼ਿਆਦਾ ਸੀ। ਹੁਣੇ ਅਸੀਂ ਇੰਟਰਵਿਊ ਕੀਤੀ ਉਹਨਾਂ ਦੀ। ਬਿਲਕੁਲ ਜੀ, ਬਿਲਕੁਲ, ਮੈਂ ਇਸ ਚੀਜ਼ ਦਾ ਖਾਸ ਆਪ ਧਿਆਨ ਰੱਖਦਾ ਜੀ, ਉਹਨਾਂ ਦੀ ਟਾਈਮਿੰਗ ਦਾ, ਉਹਨਾਂ ਦੀ ਆਉਣ ਜਾਣ ਦਾ। ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੈ ਉਹ ਮੈਂ ਉਹਨਾਂ ਨੂੰ ਇਹੀ ਕਹਿੰਦਾ ਵੀ ਮੈਂ ਤੁਹਾਡਾ MD ਨਹੀਂ, ਮੈਨੂੰ ਐਜ਼ ਅ ਫਰੈਂਡ ਲਓ ਤੁਸੀਂ। ਕੋਈ ਵੀ ਪ੍ਰੋਬਲਮ ਹੈ ਤੁਸੀਂ ਪਹਿਲਾਂ ਮੇਰੇ ਕੋਲ ਆ ਕੇ ਦੱਸੋ ਵੀ ਜੀ ਸਰ ਆਹ ਪ੍ਰੋਬਲਮ ਹੈ ਸਾਨੂੰ, ਉਹ ਤੁਹਾਡੀ ਹੱਲ ਕਰ ਦਿੱਤੀ ਜਾਊਗੀ। ਸੈਕਿੰਡ ਥਿੰਗ, ਜਦੋਂ ਮੈਂ ਉਹਨਾਂ ਨੂੰ ਰੱਖਿਆ ਸੀ, ਉਹਨਾਂ ਦੀ ਇੰਟਰਵਿਊ ਵੀ ਮੈਂ ਖੁਦ ਕੰਡਕਟ ਕੀਤੀ ਸੀਗੀ। ਮੈਂ ਇੱਕ ਆਪ ਚੰਗੇ ਸਕੂਲ ਦਾ ਪੜ੍ਹਿਆ ਹੋਇਆ, ਸੇਂਟ ਸਟੀਫਨਸ ਚੰਡੀਗੜ੍ਹੋਂ ਪੜ੍ਹਿਆ ਮੈਂ। ਮੇਰੀ ਸਾਰੀ ਸਕੂਲਿੰਗ ਪ੍ਰੀ ਨਰਸਰੀ ਤੋਂ ਲੈ ਕੇ 12th ਤੱਕ ਉੱਥੋਂ ਦੀ ਸੀਗੀ। ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਦੇ ਵਿੱਚ ਲਾਅ ਕੀਤਾ, ਲਾਅ ਦਾ ਸਟੂਡੈਂਟ ਸੀਗਾ ਮੈਂ।
3 ਸਾਲ ਮੈਂ ਪੰਜਾਬ ਆਪਣਾ ਹਾਈ ਕੋਰਟ ਚੰਡੀਗੜ੍ਹ ਮੈਂ ਪ੍ਰੈਕਟਿਸ ਕੀਤੀ ਹੈ ਐਜ਼ ਐਨ ਐਡਵੋਕੇਟ। ਅਤੇ ਸੋ ਜੇ ਤੁਹਾਡੇ ਕੋਲੇ ਆਪਦੇ ਕੋਲੇ ਚੰਗੀ ਐਜੂਕੇਸ਼ਨ ਹੈਗੀ ਹੈ, ਫਿਰ ਤੁਸੀਂ ਉਹਦੀ ਆਪਦੇ ਟੀਚਰਸ ਦੀ, ਆਪਦੀ ਟ੍ਰੇਨੀਜ਼ ਦੀ ਤੁਸੀਂ ਇੰਟਰਵਿਊ ਵੀ ਵਧੀਆ ਲੈ ਸਕਦੇ ਹੋ। ਉਹਨਾਂ ਨੂੰ ਕੋਈ ਕਿਤੇ ਉਹ ਅੜਕਦੇ ਆ ਤਾਂ ਉਹਨਾਂ ਨੂੰ ਗਾਈਡ ਵੀ ਕਰ ਸਕਦੇ ਹੋ ਪ੍ਰੋਪਰਲੀ। ਇਸ ਕਰਕੇ ਉਹ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਫੀਲ ਫਰੀ ਕਰੋ, ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਐਜ਼ ਅ ਫਰੈਂਡ ਮੇਰੇ ਕੋਲ ਆਓ। ਤੁਹਾਨੂੰ ਇਹ ਕੋਈ ਐ ਨਹੀਂ ਹੈਗਾ ਵੀ ਯਾਰ MD ਹੈ, ਪਤਾ ਨਹੀਂ ਕਿ ਆਪਾਂ ਗੱਲ ਕਰ ਸਕਦੇ ਹਾਂ ਇਹਦੇ ਕੋਲ, ਇਹ ਜੀ ਕਿ ਨਹੀਂ ਕਰ ਸਕਦੇ, ਅੱਗੋਂ ਪਤਾ ਨਹੀਂ ਅਗਲਾ ਕੀ ਬੋਲੂਗਾ। ਮੈਂ ਕਿਹਾ ਉਹ ਨਾ ਸੋਚੋ, ਤੁਸੀਂ ਇੱਕੋ ਜਿਹੀ ਉਮਰ ਆ ਆਪਣੀ, ਕੋਈ ਬਹੁਤੀ ਉਮਰ ਵੀ ਇਹ ਵੀ ਹੈ ਨਹੀਂ ਵੀ ਮੈਂ 50 ਸਾਲ ਦਾ ਬੈਠਾ ਤੇ ਮੈਂ ਤੁਹਾਨੂੰ ਪਤਾ ਨਹੀਂ ਕੁਝ ਕਹਿ ਦੂੰਗਾ। ਉਹੀ ਆਪਾਂ ਪੀੜ੍ਹੀ ਤੋਂ, ਉਹੀ ਪੀੜ੍ਹੀ ਤੁਹਾਡੀ ਹੈ ਅਤੇ ਉਹੀ ਪੀੜ੍ਹੀ ਮੇਰੀ ਹੈ, ਵੀ ਤੁਸੀਂ ਐਜ਼ ਅ ਫਰੈਂਡ ਮੇਰੇ ਨਾਲ ਗੱਲ ਕਰੋ ਆ ਕੇ, ਜੋ ਤੁਹਾਡੀ ਪ੍ਰੋਬਲਮ ਆਪਾਂ ਸੋਲਵ ਕਰਾਂਗੇ। ਥੈਂਕ ਯੂ ਸਰ ਤੁਹਾਡਾ ਗੱਲਬਾਤ ਕਰਨ ਲਈ। ਥੈਂਕ ਯੂ ਸੋ ਮਚ ਜੀ। ਆਪਣਾ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ SAND&C ਇਮੀਗ੍ਰੇਸ਼ਨ ਐਂਡ ਆਈਲੈਟਸ ਵਾਲੇ। ਪਹਿਲਾਂ ਆਪਾਂ ਆਈਲੈਟਸ ਵਾਲੇ ਜਿਹੜੇ ਵੀਰ ਜੀ ਆ ਉਹਨਾਂ ਦੇ ਨਾਲ ਗੱਲ ਕੀਤੀ ਆ। ਦੋਨੇ ਭਰਾਵਾਂ ਨੇ ਮਿਲ ਕੇ MD ਨੇ ਦੋਨੇ ਇਹ ਸੇਵਾ ਸ਼ੁਰੂ ਕੀਤੀ ਆ। ਵੀਰ ਜੀ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ। ਵੀਰ ਜੀ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਕਨਸੈਪਟ ਲਿੱਤਾ ਕਿ ਇੱਕੋ ਛੱਤ ਦੇ ਥੱਲੇ ਬੰਦਾ ਆਵੇ, ਪਹਿਲਾਂ ਆਈਲੈਟਸ ਕਰੇ, ਫਿਰ ਇਮੀਗ੍ਰੇਸ਼ਨ ਦੇ ਲਈ ਫਾਈਲਿੰਗ ਕਰਾਵੇ ਔਰ ਫਿਰ ਬਾਹਰ ਜਾਵੇ, ਔਰ ਬਾਹਰ ਜਾਣ ਤੋਂ ਬਾਅਦ PR ਤੱਕ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਸੁਵਿਧਾ SAND&C ਵਾਲੀ ਦੇਣ, ਕੀ ਕਹਿਣਾ ਚਾਹੋਗੇ? ਅਸੀਂ ਭਾਈ ਜੀ ਪਹਿਲਾਂ ਆਹ ਕਰਨ ਤੋਂ ਪਹਿਲਾਂ ਅਬਜ਼ਰਵ ਕੀਤਾ ਸੀਗਾ ਵੀ ਜੋ ਵੀ ਬੰਦਾ ਇੱਕ ਬਿਜ਼ਨਸ ਕਰਦਾ ਹੈ, ਆਈਦਰ ਤਾਂ ਉਹ ਆਇਲਸ ਕਰ ਰਿਹਾ ਜਾਂ ਉਹ ਇਮੀਗ੍ਰੇਸ਼ਨ ਦਾ ਕਰ ਰਿਹਾ। ਤੁਹਾਨੂੰ ਬਹੁਤ ਘੱਟ ਇੰਸਟੀਟਿਊਸ਼ਨਸ ਮਿਲਣਗੇ ਜਿੱਥੇ ਇੱਕੋ ਰੂਫ ਦੇ ਥੱਲੇ ਤੁਹਾਨੂੰ ਨਾਲੇ ਦਾ ਆਇਲਸ ਹੋਊਗਾ ਨਾਲੇ ਇਮੀਗ੍ਰੇਸ਼ਨ ਮਿਲੂਗਾ। ਸਾਡਾ ਜਿਹੜਾ ਬੇਸਿਕ ਮੋਟੋ ਸੀਗਾ ਉਹ ਇਹ ਸੀਗਾ ਜੀ ਵੀ ਬੱਚੇ ਨੂੰ ਦੇਖੋ, ਪੇਰੈਂਟਸ ਕੀ ਕਹਿੰਦੇ, ਬੱਚੇ ਨੂੰ ਸ਼ਹਿਰ ਭੇਜਦੇ ਆ। ਮੈਂ ਆਪ ਫਾਰਮਰ ਫੈਮਿਲੀ ਤੋਂ ਬਿਲੋਂਗ ਕਰਦਾ ਜੀ, ਬਹੁਤ ਦੂਰ ਪੈ ਜਾਂਦੇ ਪਿੰਡ, ਠੀਕ ਹੈ ਜੀ। ਕਿੰਨਾ ਈਜ਼ੀ ਹੈ ਇੱਕ ਪੇਰੈਂਟ ਵਾਸਤੇ ਇੱਕ ਇੰਸਟੀਟਿਊਸ਼ਨ 'ਤੇ ਬੱਚਾ ਭੇਜਣਾ। ਉੱਥੇ ਹੀ ਤਾਂ ਉਹ ਆਇਲਸ ਕਰ ਲੇ, ਉੱਥੇ ਉਹਨੂੰ ਇਮੀਗ੍ਰੇਸ਼ਨ ਹੋ ਜੇ। ਜੇ ਬੱਚਾ ਮੰਨ ਲਓ ਉਹਦੀ ਕਿਸਮਤ ਚੰਗੀ ਹੈ ਕੈਨੇਡਾ ਚਲਾ ਗਿਆ, ਠੀਕ ਹੈ ਜੀ, ਅਤੇ ਜੇ ਤੁਹਾਨੂੰ ਐਸੇ ਰੂਪ ਥੱਲੇ ਅਸੀਂ PR ਵੀ ਕਰ ਦਈਏ, ਉੱਥੇ ਬੈਠਿਆ ਨਹੀਂ। ਓਕੇ, ਮਤਲਬ ਅਸੀਂ ਇਹ ਮੰਨੀਏ ਕਿ ਹਰ ਚੀਜ਼ ਜਿਹੜੀ ਹੈਗੀ ਆ ਆਈਲੈਟਸ ਤੋਂ ਲਾ ਕੇ ਪਹਿਲਾਂ ਕਾਉਂਸਲਿੰਗ ਤੋਂ ਲੈ ਕੇ, ਪਹਿਲਾਂ ਤਾਂ ਬੰਦਾ ਜਦੋਂ ਆਉਂਦਾ ਘਬਰਾਇਆ ਜਿਹਾ ਬੰਦਾ ਹੁੰਦਾ, ਤੁਸੀਂ ਜੇ ਰॉ ਵੀ ਹੋਵੇ ਨਾ ਜੀ ਬੱਚਾ, ਸਾਡੇ ਕੋਲ ਬੱਚਾ ਬਿਲਕੁਲ ਰॉ ਆ ਜੇ ਜੀ, ਉਹਨੂੰ ਬਾਹਰ ਭੇਜਣ ਤੱਕ, ਪੱਕਾ ਸੈਟਲ ਹੋਣ ਤੱਕ ਦਾ ਸਾਡੀ ਜ਼ਿੰਮੇਵਾਰੀ ਹੈ। ਸਾਡਾ ਆਪਦਾ ਇੱਕ ਜਿਹੜਾ ਸਾਡਾ ਆਫਿਸ ਹੈ ਜੀ, ਸਾਡਾ ਇੱਕ ਸਰੀ ਦੇ ਵਿੱਚ ਵੀ ਆਫਿਸ ਹੈਗਾ। ਅਸੀਂ ਬੱਚਾ, ਸਾਡਾ ਟਾਈ ਜਿਹੜਾ ਬੱਚੇ ਨਾਲ ਹੈਗਾ ਜੀ ਇਮੀਗ੍ਰੇਸ਼ਨ ਵਾਲਾ, ਉਹ ਇੱਥੇ ਨਹੀਂ ਖਤਮ ਹੋ ਜਾਂਦਾ। ਬੱਚਾ ਬਾਹਰ ਜਾਂਦਾ ਜੀ, ਬਾਹਰ ਜਾ ਕੇ ਉੱਥੇ ਪੱਕਾ ਹੋਣ ਤੱਕ ਦਾ ਸਾਡਾ ਨਾਲ ਉਹਦਾ ਮਤਲਬ ਬੌਂਡ ਰਹਿੰਦਾ ਹੈ। ਸਰ ਜਿਸ ਤਰੀਕੇ ਦੇ ਨਾਲ ਤੁਸੀਂ ਫਾਈਲਿੰਗ ਦੀ ਆਪਾਂ ਗੱਲ ਕਰ ਲਈਏ, ਫਾਈਲਿੰਗ 'ਚ ਬੜੇ ਪਰਫੈਕਟ ਹੋ ਔਰ ਸਿੰਟੈਕਲੀ ਬੜੇ ਹੀ ਉਹਨੂੰ ਇੰਟਰਵੀਨ ਕਰਦੇ ਹੋ। 3-4 ਜਾਣੇ ਤੁਹਾਡੇ ਜਿਹੜੇ ਹੈਗੇ ਆ ਮੇਨ, ਤੁਸੀਂ ਉਸ ਦੇ ਗੋਨ ਥਰੂ ਹੁੰਦੇ ਹੋ ਔਰ ਫਾਈਲਿੰਗ ਦੇ ਵਿੱਚ ਬੜਾ ਮਹਾਰਤ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪਾਰਦਰਸ਼ਤਾ, ਜਿਹੜੀ ਤੁਸੀਂ ਇਹਦਾ ਸਲੋਗਨ ਬਣਾਇਆ ਆਪਣੀ ਇਸ ਇੰਸਟੀਟਿਊਸ਼ਨ ਦਾ ਕਿ ਅਸੀਂ ਬਿਲਕੁਲ ਪਿਓਰਟੀ ਨਾਲ ਗੱਲ ਕਰਨੀ ਹੈ। ਇਹ ਨਹੀਂ ਵੀ ਤੇਰੇ ਫੰਡ ਅਸੀਂ ਆਹ ਕਰਾ ਦਾਂਗੇ ਉਹ ਕਰਾ ਦਾਂਗੇ, ਜਿਹੜੀ ਚੀਜ਼ ਹੋ ਸਕਦੀ ਹੈ ਉਹੀ ਇੱਥੇ ਹੁੰਦੀ ਆ। ਇਹ ਨਹੀਂ ਹੈ ਕਿ ਕਿਸੇ ਚੀਜ਼ ਦੀ ਬਲੈਂਕਿੰਗ ਕਰਕੇ ਵੀ ਤੇਰੇ ਇੱਕ ਵਾਰੀ ਫਾਰਮ ਭਰਾ ਤੇ ਅਸੀਂ ਇੱਕ ਵਾਰੀ ਤੇਰਾ 50-40 ਹਜ਼ਾਰ ਰੁਪਇਆ ਲਵਾਤਾ ਔਰ ਉਦੋਂ ਬਾਅਦ ਵਿੱਚ ਉਹ ਬੰਦਾ ਵਿਚਾਰਾ ਜਿਹੜਾ ਹੈਗਾ ਉਹ ਮੁੜ ਕੇ ਤਰਸਦਾ ਫਿਰੇ। ਇੱਕ ਚੀਜ਼ ਬਾਈ ਜੀ, ਸਾਡੇ ਕੋਲੇ ਕੋਈ ਵੀ ਆਊਗਾ, ਜੇ ਤਾਂ ਉਹਦੀ ਫਾਈਲ ਲੱਗੂਗੀ ਤਾਂ ਅਸੀਂ ਯੈਸ ਕਰਾਂਗੇ ਜੀ, ਅਦਰਵਾਈਜ਼ ਸਾਡੇ ਕੋਲ ਨਹੀਂ ਕੋਰੀ ਨਾ। ਮਤਲਬ ਅਸੀਂ ਮੰਨੀਏ ਕਿ ਤੁਹਾਡਾ ਹੁਣ ਐਕਸਪੀਰੀਅੰਸ ਇੰਨਾ ਹੋ ਚੁੱਕਿਆ ਕਿ ਤੁਹਾਨੂੰ ਫਾਈਲਿੰਗ ਦਾ ਪਹਿਲਾਂ ਹੀ ਜਿਹੜਾ ਪਿੰਡ ਘਿਰਿਆ ਤੋਂ ਹੀ ਦਿਖ ਜਾਂਦਾ। ਬਿਲਕੁਲ ਜੀ। ਹੁਣ ਐ ਨਾ ਜੀ, ਹੁਣ ਮੰਨ ਕੇ ਚਲੋ ਕੋਈ ਬੱਚਾ ਆਇਆ, ਉਹਦੇ ਜਿਹੜੇ ਮਾਰਕਸ ਹੈਗੇ ਨੇ, ਉਹਦੀ ਆਇਲਸ ਹੈ, ਉਹ ਹੁਣ ਕੈਨੇਡਾ ਵਾਸਤੇ ਨਹੀਂ ਹੈਗੀ, ਮੈਂ ਉਹਨੂੰ ਕਿਵੇਂ ਕਹਿ ਵੀ ਹਾਂ ਤੇਰਾ ਕੈਨੇਡਾ ਲੱਗ ਜੂਗਾ। ਕਰਨ ਨੂੰ ਤਾਂ ਕੀ ਹੈ ਬਾਈ ਜੀ, ਮੈਂ ਤਾਂ ਕਹਿ ਦਿੰਦਾ ਵੀ ਹਾਂਜੀ ਬੱਚਾ ਤੁਹਾਡਾ ਕੀ ਕਹਿੰਦਾ ਲੱਗ ਜੂਗਾ, ਤੁਸੀਂ ਜਾ ਵੜੋਗੇ, ਠੀਕ ਹੈ ਨਾ ਜੀ, ਕੀ 50,000 ਕਮਾ ਲੂੰਗਾ। ਉਹਨੇ 10 ਥਾਈਂ ਜਾ ਕੇ ਇਹ ਗੱਲ ਕਹਿਣੀ ਹੈ ਵੀ ਜੀ ਮੇਰੇ ਨਾਲ ਤਾਂ ਐਂ ਕੀਤਾ। ਫਿਰ ਉਸ ਤੋਂ ਬਾਅਦ ਮਤਲਬ ਮਾਰਕੀਟ 'ਚ ਰਹਿਣਾ ਕਰਕੇ ਮਤਲਬ ਹਰ ਚੀਜ਼ ਨੂੰ ਉੱਦਾਂ ਹੀ, ਕਿਉਂਕਿ ਇਹਨਾਂ ਪਿੰਡਾਂ ਦੇ ਤੁਸੀਂ ਐਗਜ਼ਾਮਪਲ ਮਾਰਕੀਟ 'ਚ ਤਾਂ ਰਹਿਣਾ, ਠੀਕ ਹੈ ਨਾ ਜੀ, ਰੱਬ ਨੂੰ ਵੀ ਜਾਨ ਦੇਣੀ ਹੈ, ਐਗਜ਼ਾਮਪਲ ਵੀ ਨਹੀਂ ਦਿੰਦੇ ਹੋ, ਠੀਕ ਹੈ ਨਾ ਜੀ ਗੱਲ ਇਹ ਕਿ ਨਹੀਂ। ਬਿਲਕੁਲ ਸਰ। ਮੈਂ ਐਵੇਂ 50,000 ਪਿੱਛੇ ਐਵੇਂ ਕੀ ਕਹਿੰਦੇ ਇੰਨੀ ਕੁ ਗੱਲ ਕਰਾਂ, ਇਹ ਗੱਲ ਹੈ ਜੀ। ਸਰ ਜਿਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਸਟੂਡੈਂਟ ਆ ਜਦੋਂ ਬੈਂਡ ਸਕੋਰ ਅਚੀਵ ਕਰ ਜਾਂਦੇ ਆ ਆਈਲੈਟਸ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਖੁਦ ਉਹਦੀ ਕਾਉਂਸਲ ਕਰਦੇ ਹੋ, ਪਹਿਲਾਂ ਉਹਨੂੰ ਮਿਲਦੇ ਹੋ, ਬੱਚੇ ਨੂੰ ਉਹਦੇ ਨਾਲ ਗੱਲ ਕਰਦੇ ਹੋ ਵੀ ਤੈਨੂੰ ਕੋਈ ਕਹਦਾ ਵੀ ਮੈਂ ਤੇਰਾ ਇੱਥੇ ਲਵਾ ਦੇਣਾ, ਵੀਜ਼ਾ ਮੇਰੇ ਇੱਥੇ ਲੱਗਿਆ ਸੀ, ਇਹਨਾਂ ਗੱਲਾਂ 'ਚ ਨਹੀਂ ਆਉਣਾਗਾ। ਤੁਸੀਂ ਪ੍ਰੋਫਾਈਲਾਂ ਦੇਖਣੀਆਂ ਹੈਗੀਆਂ, ਤੁਸੀਂ ਪਹਿਲਾਂ ਸਾਡੇ ਜਿਹੜੇ ਭੇਜੇ ਬੱਚੇ ਆ ਉਹਨਾਂ ਦਾ ਰਿਕਾਰਡ ਦੇਖੋ, ਉਹਨਾਂ ਦੇ ਨਾਲ ਗੱਲਬਾਤ ਕਰੋ। ਬਾਹਰ ਜਾ ਕੇ ਵੀ ਸਾਡਾ ਜਿੱਦਾਂ ਸਰੀ 'ਚ ਵੀ ਤੁਹਾਡਾ ਆਫਿਸ ਹੈਗਾ ਔਰ ਉਹਦੇ ਨਾਲ ਤੁਸੀਂ ਆਸਟ੍ਰੇਲੀਆ ਦੀ ਗੱਲ ਕਰ ਲਈ, ਉਹਦੇ 'ਚ ਵੀ ਕਾਫੀ ਸਟੂਡੈਂਟ ਤੁਸੀਂ ਭੇਜ ਚੁੱਕੇ ਹੋ, ਉਹਨਾਂ ਸਟੂਡੈਂਟਸ ਦੇ ਨਾਲ ਵੀ ਤੁਸੀਂ WhatsApp ਗਰੁੱਪਾਂ ਦੇ ਨਾਲ ਅਟੈਚ ਹੋ। ਹਾਂਜੀ, ਅਸੀਂ ਹਰ ਇੱਕ ਬੱਚਾ ਜਿਹੜਾ ਸਾਡੇ ਥਰੂ ਗਿਆ ਹੋਇਆ ਜੀ,
ਅਸੀਂ ਸਾਰਿਆਂ ਨਾਲ ਅਟੈਚ ਨੇ। ਹਰ ਇੱਕ ਬੱਚਾ ਸਾਡੇ ਲਿੰਕ ਦੇ ਵਿੱਚ ਹੈਗਾ ਜੀ। ਕਿਸੇ ਵੀ ਬੱਚੇ ਨੂੰ ਚਾਹੇ ਆਸਟ੍ਰੇਲੀਆ ਚਾਹੇ UK ਹੈਗਾ ਜੀ, ਚਾਹੇ ਬੱਚਾ ਸਾਡਾ ਕੈਨੇਡਾ ਹੈਗਾ ਜੀ, ਅਮਰੀਕਾ ਹੈਗਾ, ਅਸੀਂ ਹਰ ਇੱਕ ਬੱਚੇ ਨਾਲ ਆਪਦਾ ਟਾਈ ਰੱਖਦੇ ਹਾਂ। ਉਹਨੂੰ ਹੁਣ ਵੀ ਮੰਨ ਕੇ ਚਲੋ ਸਿਰਫ PR ਨਹੀਂ, ਵੈਸੇ ਵੀ ਉਹਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ, ਅਸੀਂ ਉਹਦਾ ਇੱਥੇ ਬੈਠੇ ਬੈਠੇ ਹੱਲ ਕੱਢ ਕੇ ਦਿੰਦੇ। ਸਰ ਇਹ ਟੀਮ ਇੱਕ ਐਜੂਕੇਸ਼ਨਿਸਟ ਦੀ ਟੀਮ ਹੈ, ਬਿਜ਼ਨਸਮੈਨ ਦੀ ਟੀਮ ਨਹੀਂ ਹੈ। ਤੁਸੀਂ ਜਿਸ ਤਰੀਕੇ ਨਾਲ ਲੋਕਾਂ ਦੇ ਨਾਲ ਵਿਚਰਦੇ ਹੋ, ਇਹ ਇੱਕ ਏਜੰਟ ਨਹੀਂ ਹੋ ਤੁਸੀਂ, ਬਲਕਿ ਇੱਕ ਉਹਨਾਂ ਦੇ ਕਾਉਂਸਲਰ ਦੇ ਤੌਰ ਦੇ ਉੱਪਰ, ਉਹਨਾਂ ਦੇ ਗਾਈਡਰ ਦੇ ਤੌਰ ਦੇ ਉੱਪਰ ਉਹਨਾਂ ਦੇ ਨਾਲ ਅਟੈਚ ਹੁੰਦੇ ਹੋ। ਏਜੰਟਾਂ ਵਾਂਗੂ ਨਹੀਂ ਬਲਕਿ ਕਾਉਂਸਲਰਾਂ ਵਾਂਗੂ ਉਹਨਾਂ ਦੇ ਨਾਲ ਉਹਨਾਂ ਨੂੰ ਟਰਾਈ ਕਰਕੇ ਉਹਨਾਂ ਬੰਦਿਆਂ ਨੂੰ ਕਿ ਵਧੀਆ ਤੋਂ ਵਧੀਆ ਜਿਹੜੇ ਹੈਗੇ ਕਾਲਜ ਦਿਲਾ ਕੇ, ਔਰ ਜਿਹੜੇ ਜਿੱਦਾਂ ਵੀਰ ਜੀ ਨੇ ਦੱਸਿਆ ਕਿ ਹੁਸ਼ਿਆਰ ਵਿਦਿਆਰਥੀ ਆ ਜਿਹੜੇ ਜਿਨ੍ਹਾਂ ਦੇ ਬੈਂਡ ਸਕੋਰ ਜ਼ਿਆਦਾ ਆਉਂਦੇ ਹੈਗੇ, ਉਹਨਾਂ ਨੂੰ ਖਾਸ ਤਰ੍ਹਾਂ ਦੀਆਂ ਰਵਾਇਤਾਂ ਔਰ ਉਹਨਾਂ ਨੂੰ ਬਾਹਰ ਵੀ ਜਿਹੜਾ ਹੈਗਾ ਕਦੇ ਅਕੋਮੋਡੇਸ਼ਨ ਦੇ ਵਿੱਚ ਜਾਂ ਵਜ਼ੀਫਿਆਂ ਦੇ ਵਿੱਚ ਜਿਹੜਾ ਹੈਗਾ ਉਹਦੀ ਹੈਲਪ ਕੀਤੀ ਜਾਂਦੀ। ਹਾਂਜੀ, ਜਿਹੜੇ ਬੱਚੇ ਸਾਡੇ ਸ਼ਾਪ ਨੇ ਜੀ, ਉਹਨਾਂ ਦੇ ਵਿੱਚ ਅਸੀਂ ਉਹਨਾਂ ਵਾਸਤੇ ਕਾਫੀ ਮਤਲਬ ਉਹਨਾਂ ਵਾਸਤੇ ਡੀਲਸ ਵਗੈਰਾ ਹੈਗੀ ਨੇ ਜੀ। ਠੀਕ ਆ, ਉਹਨਾਂ ਦੀ ਕਾਫੀ ਅਸੀਂ ਉਹਨਾਂ ਦੇ ਪੇਰੈਂਟਸ ਦੇ ਬੱਚੇ ਪੈਸੇ ਅਸੀਂ ਬਚਾ ਸਕਦੇ, ਕਾਫੀ ਸਕਾਲਰਸ਼ਿਪ ਦੇ ਵਿੱਚ ਵੀ ਬੱਚੇ ਜਾ ਸਕਦੇ ਆ ਜੀ। ਠੀਕ ਹੈ ਜੀ। ਸਰ ਹੁਣ ਕਿਹੜੇ ਕਿਹੜੇ ਕੰਟਰੀ ਖੁੱਲ੍ਹੇ ਹੈਗੇ ਆ, ਹੁਣ ਕਿਹੜਾ ਸਤੰਬਰ ਇਨਟੇਕ ਲੈ ਰਹੇ ਹੋ, ਕੀ ਮਤਲਬ ਅੱਜ ਦਾ ਜਿਹੜਾ ਸਿਨੈਰੀਓ ਕੀ ਹੈ? ਫਿਲਹਾਲ ਦੀ ਘੜੀ ਸਰ ਕੈਨੇਡਾ, ਆਸਟ੍ਰੇਲੀਆ, UK, ਇਹ ਅਮਰੀਕਾ ਵੀ ਚੱਲ ਰਿਹਾ, ਪਰ ਅਮਰੀਕਾ ਦਾ ਥੋੜ੍ਹਾ ਵਿੱਚ ਕੀ ਕਹਿੰਦੇ ਆ ਸੀਗਾ, ਪਰ ਉਹ ਆਈ ਥਿੰਕ ਸੈਪਟੈਂਬਰ ਇਨਟੇਕ ਉਹਨਾਂ ਦਾ ਵੀ ਖੁੱਲ੍ਹ ਜੂਗਾ, ਮੇਰੇ ਹਿਸਾਬ ਨਾਲ ਖੁੱਲ੍ਹ ਜਾਣਾ ਚਾਹੀਦਾ, ਉਹਨਾਂ ਦੀ ਨਿਊਜ਼ ਆਈ ਹੈ। ਵੀਰ ਜੀ ਜਿਸ ਤਰੀਕੇ ਦੇ ਨਾਲ ਕਰੋਨਾ ਦਾ ਕਹਿਰ ਜਿਹੜਾ ਹੈਗਾ ਇੱਕ ਵਾਰੀ ਫਿਰ ਦੁਨੀਆ ਨੂੰ ਘੇਰ ਰਿਹਾ, ਤੇ ਕੀ ਕਹਿੰਦੇ ਉਹ ਵੀ ਹੁਣ ਜਿਹਨੇ ਜਲਦੀ ਜਲਦੀ ਜਾਣਾ ਜਲਦੀ ਜਲਦੀ ਜਾ ਵੜੇ, ਉਸ ਤੋਂ ਬਾਅਦ ਫਿਰ ਪਤਾ ਨਹੀਂ ਕਰੋਨਾ ਦਾ ਵੀ ਕੀ ਕਰਨਾ ਕਰੋਨਾ ਨੇ। ਹਾਂਜੀ, ਇਹ ਤਾਂ ਵੈਸੇ ਵੀ ਮੈਂ ਕਹਿਣਾ ਚਾਹੂੰਗਾ ਜਿਨ੍ਹਾਂ ਨੇ ਜਾਣਾ, ਇਹ ਵੈਸੇ ਵੀ ਚਲੋ ਕਰੋਨਾ ਤਾਂ ਹੈ ਜੋ ਹੈ ਜੀ। ਆਪਣੇ ਮੈਂ ਆਪਦੇ ਜਿੰਨਾ ਕੁ ਮੇਰਾ ਤਜਰਬਾ ਹੈਗਾ ਜੀ, ਮੈਂ ਇੱਕ ਚੀਜ਼ ਬਹੁਤ ਵੇਖੀ ਹੈ, ਹਰ ਇੱਕ ਬੱਚਾ ਨਾ ਜੀ ਆਪਣੇ ਕੀ ਚੱਕਰ ਹੈ, ਆਪਣੇ ਬੱਚੇ ਪਹਿਲਾਂ ਸੀਰੀਅਸ ਨਹੀਂ ਲੈਂਦੇ ਗੱਲ ਨੂੰ। ਠੀਕ ਹੈ ਜੀ, ਹੁਣ ਜਿਹਨੇ ਜਾਣਾ ਜੀ ਉਹ ਸੋਚਾਂ 'ਚ ਬਹੁਤ ਪੈਂਦਾ, ਇਹ ਘੁੰਮਦਾ ਫਿਰਦਾ ਬਹੁਤ ਹੈ। ਮੈਂ ਉਹਦੇ ਕੋਲੇ ਜਾ ਕੇ, ਹੁਣ ਬੱਚਾ +2 ਕਰਦਾ ਜੀ, +2 ਤੋਂ ਬਾਅਦ ਆਇਲਸ ਕਰਦਾ 1 ਸਾਲ, ਚਲੋ ਆਇਲਸ ਅੰਬੈਸੀ ਵਾਲੇ 3-4 ਮਹੀਨੇ ਦਾ ਮੰਨ ਲੈਂਦੇ। ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਉਹ 6 ਮਹੀਨੇ ਲਾਉਂਦਾ ਜੀ। ਮੰਨ ਲਓ 21 ਦੇ ਵਿੱਚ ਕੀਤੀ +2, 22 ਦੇ ਵਿੱਚ ਉਹ ਆਇਲਸ ਕਰੂਗਾ ਜੀ, 23 ਦਾ ਹਾਫ ਉਹ ਆਸੇ ਪਾਸੇ ਘੁੰਮੂਗਾ, ਸਾਰੇ ਕਿਤੇ ਵੇਖੂਗਾ, 24 ਦੇ ਵਿੱਚ ਉਹ ਲਾਊਗਾ ਫਾਈਲ। ਉਹ ਫਿਰ ਕਹਿੰਦਾ ਮੇਰਾ ਰਿਫਿਊਜ਼ ਕਿਉਂ ਹੋਇਆ ਜੀ, 2 ਸਾਲ 1.5 ਸਾਲ ਤਾਂ ਉਹਨੇ ਆਪਦੇ ਵਿੱਚ ਗੈਪ ਹੀ ਪਾ ਲਿਆ। ਤੁਸੀਂ ਮੈਨੂੰ ਜਿਹੜਾ ਕੁਐਸਚਨ ਕੀਤਾ ਸੀਗਾ ਨਾ ਜੀ ਸੈਪਟੈਂਬਰ ਇਨਟੇਕ ਦਾ, ਤੁਸੀਂ ਕੀ, ਉਹ ਮੈਂ ਇਹੀ ਕਹਿਣਾ ਚਾਹੁੰਦਾ ਵੀ ਬੱਚਾ ਫਟਾਫਟ ਆਪਦਾ ਕੀ ਕਹਿੰਦੇ, ਦੇਖੋ ਸੈਪਟੈਂਬਰ ਇਨਟੇਕ ਆਲਮੋਸਟ ਫੁੱਲ ਹੈ। ਠੀਕ ਹੈ ਜੀ, ਗਾਂਹ ਵਾਲੀਆਂ ਜਿਹੜੀ ਜਨਵਰੀ ਇਨਟੇਕ ਆ ਉਹ ਵੀ ਲੱਗ ਰਹੀਆਂ ਜੀ ਫਾਈਲਾਂ ਹੁਣੇ। ਬੱਚਾ ਟਾਈਮ ਨਾ ਲਾਵੇ, ਠੀਕ ਹੈ ਜੀ, ਘੁੰਮੇ ਨਾ, ਸਾਡੇ ਕੋਲ ਆਵੇ, ਅਸੀਂ ਵਨ ਰੂਫ ਦੇ ਥੱਲੇ ਸਾਰਾ ਕੁਝ ਪ੍ਰੋਵਾਈਡ ਕਰਾਂਗੇ। ਅਸੀਂ ਸਾਰੀ ਜੇ ਬੱਚੇ ਦੀ ਵੀਜ਼ਾ ਲੱਗਣ ਦੀ ਪੋਸੀਬਿਲਿਟੀਜ਼ ਹੈਗੀਆਂ, ਅਸੀਂ ਸਾਰੀ ਦੀ ਸਾਰੀ ਜਿਹੜੀ ਫੀਸ ਹੈ ਆਫਟਰ ਵੀਜ਼ਾ ਲੈਣੇ, ਇੱਕ ਪੈਸਾ ਨਹੀਂ ਬੱਚੇ ਦਾ ਲੱਗਦਾ ਪਹਿਲਾਂ। ਵੀਰ ਜੀ ਅੱਜ ਜਿਹੜਾ ਮਾਰਕੀਟ ਹੈਗੀ ਆ, ਉਹ ਇਮੀਗ੍ਰੇਸ਼ਨ ਦੀ ਮਾਰਕੀਟ ਤੋਂ ਬੰਦੇ ਬੜੇ ਘਬਰਾਉਂਦੇ ਆ, ਕੀ ਚੀਜ਼ਾਂ ਦਾ ਧਿਆਨ ਰੱਖਣ? ਕਿਉਂਕਿ ਉਹਨਾਂ ਨੂੰ ਇਉਂ ਆ ਕਿ ਜਿਹੜਾ ਅੱਜ ਇਹ ਫੀਲਡ ਹੈ ਜਿਹੜਾ ਉਹ ਥੋੜ੍ਹਾ ਜਿਹਾ ਠੱਗੀ ਵਾਲਾ ਵੀ ਆ, ਕੀ ਧਿਆਨ ਰੱਖਣ? ਉਹ ਕਿਵੇਂ ਜਿਹੜੇ ਲੋਕ ਇੱਥੋਂ ਦੇ ਜੰਮਪਲ ਨੇ ਪਿੰਡਾਂ ਦੇ, ਜਿਨ੍ਹਾਂ ਦਾ ਐਡਰੈਸ ਪਤਾ, ਘਰਦਿਆਂ ਦਾ ਪਤਾ ਵੀ ਜ਼ਮੀਨਾਂ ਜਾਇਦਾਦਾਂ ਹੈਗੀਆਂ ਭਾਈ, ਉਹਨਾਂ ਤੋਂ ਉਹ ਫਾਈਲਾਂ ਆਪਦੀਆਂ ਲਗਾਉਣ, ਨਾ ਕਿ ਜਿਨ੍ਹਾਂ ਦਾ ਕੋਈ ਅਤਾ ਨਹੀਂ, ਪਤਾ ਨਹੀਂ, ਟਿਕਾਣਾ ਨਹੀਂਗਾ, ਪਤਾ ਨਹੀਂ ਕਿਹੜੀ ਦੁਨੀਆ 'ਚੋਂ ਰਹਿਣ ਵਾਲੇ ਲੋਕ ਆ, ਅਤੇ ਇੱਥੇ ਉਹਨਾਂ ਨੇ ਆਪਣੇ ਆਫਿਸ ਬਣਾ ਕੇ ਅਤੇ ਬਿਠਾ ਕੇ ਆਪਣੇ ਟੀਚਰਸ ਨੂੰ, ਮਤਲਬ ਕੀ ਤੁਹਾਡਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਇਹ ਮੈਸੇਜ ਹੋਊਗਾ? ਸਾਰਿਆਂ ਨਾਲੋਂ ਪਹਿਲਾਂ ਤਾਂ ਸਰ ਤੁਸੀਂ ਦੇਖੋ ਜੀ, ਉਹਨਾਂ ਦੇ ਦੇਖੋ ਹਰ ਇੱਕ ਜਿਹੜਾ ਵੀ ਇਮੀਗ੍ਰੇਸ਼ਨ ਵਾਲਾ ਹੁੰਦਾ ਨਾ, ਉਹਦੀ ਹਿਸਟਰੀ ਹੁੰਦੀ ਹੈ, ਉਹਨੇ ਕਿੰਨਾ ਕੁ ਵੀਜ਼ਾ ਦਿਲਵਾਏ ਹੈ, ਉਹਦਾ ਸਕਸੈਸ ਰੇਟ ਕੀ ਹੈ ਜੀ, ਉਸ ਚੀਜ਼ ਨੂੰ ਵੇਖਣਾ ਬਹੁਤ ਜ਼ਰੂਰੀ ਹੈ। ਵੀਰ ਜੀ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਅੱਜ ਸਮਾਂ ਦਿੱਤਾ, ਔਰ ਜਿਸ ਤਰੀਕੇ ਨਾਲ ਤੁਹਾਡੇ ਕਾਉਂਸਲਰਸ ਦੇ ਨਾਲ ਅਸੀਂ ਗੱਲ ਕੀਤੀ, ਟੀਚਰਸ ਦੇ ਨਾਲ ਗੱਲ ਕੀਤੀ, ਔਰ ਤੁਹਾਡੇ ਆਈਲੈਟਸ ਵਾਲੇ ਜਿਹੜੇ ਬ੍ਰਦਰ, ਇੱਕ ਵਕੀਲ ਬੰਦਾ ਜਿਹੜਾ ਇੰਨੀ ਜ਼ਿਆਦਾ ਵਧੀਆ ਉਹਦੀ ਪ੍ਰੋਫਾਈਲ ਆਪਦੀ ਖੁਦ ਦੀ, ਔਰ ਇੰਨੀ ਇੰਟੈਲੀਜੈਂਸੀ, ਔਰ ਸਾਰੇ ਜਣੇ ਤੁਸੀਂ ਮਿਲ ਕੇ ਇਹ ਜਿਹੜਾ ਮੁਕਾਮ ਤੱਕ ਬੱਚਿਆਂ ਨੂੰ ਪਹੁੰਚਾ ਰਹੇ ਹੋ, ਤੁਹਾਡਾ ਸਾਡੇ ਚੈਨਲ ਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਪੰਜਾਬ ਪਲੱਸ ਦੀ ਸਾਰੀ ਟੀਮ ਦਾ ਇੱਥੇ ਆਉਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ, ਜੀ ਆਇਆਂ ਨੂੰ, ਅਤੇ ਅੱਗੇ ਵੀ ਆਪਾਂ ਮਿਲਾਂਗੇ।